ਬਾਬੇ ਜੋੜੇ ਟੀਵੀ ਦੇਖ ਰਹੀਆਂ ਸਮੂਹ ਸੰਗਤਾਂ ਦਾ ਬਹੁਤ-ਬਹੁਤ ਸਵਾਗਤ ਹੈ। ਸੰਤ ਬਾਬਾ ਪ੍ਰੀਤਮ ਦਾਸ ਜੀ ਮੈਮੋਰੀਅਲ ਚੈਰੀਟੇਬਲ ਹਸਪਤਾਲ ਪਿੰਡ ਰਾਏਪੁਰ ਸੂਲਪੁਰ ਵਿਖੇ NRI ਸੰਗਤਾਂ ਦੇ ਸਹਿਯੋਗ ਦੇ ਨਾਲ ਪਰਉਪਕਾਰੀ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ ਜੀ ਦੀ ਅਗਵਾਈ ਦੇ ਹੇਠ ਮਾਨਵਤਾ ਦੇ ਭਲੇ ਦੇ ਲਈ ਹਸਪਤਾਲ ਵਿਖੇ COVID-19 ਲੈਵਲ 2 ਦੇ ਮਰੀਜ਼ਾਂ ਦੇ ਲਈ ਆਕਸੀਜਨ ਕੰਸਨਟਰੇਟ ਭੇਂਟ ਕਰਨ ਦੇ ਨਾਲ ਆਕਸੀਜਨ ਪਲਾਂਟ ਦੀ ਵੀ ਸ਼ੁਰੂਆਤ ਸਰਬੱਤ ਦੇ ਭਲੇ ਦੀ ਅਰਦਾਸ ਦੇ ਉਪਰੰਤ ਕੀਤੀ ਗਈ ਅਤੇ ਸੰਤ ਬਾਬਾ ਨਿਰਮਲ ਦਾਸ ਜੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ COVID-19 ਦੌਰਾਨ ਆਕਸੀਜਨ ਦੀ ਕਮੀ ਦੌਰਾਨ ਹੋ ਰਹੀਆਂ ਮੌਤਾਂ ਨੂੰ ਰੋਕਣ ਦੇ ਲਈ ਜਿਨ੍ਹਾਂ ਮਰੀਜ਼ਾਂ ਨੂੰ ਆਕਸੀਜਨ ਦੀ ਕਮੀ ਮਹਿਸੂਸ ਹੁੰਦੀ ਹੈ ਉਹ ਸੰਤ ਬਾਬਾ ਪ੍ਰੀਤਮ ਦਾਸ ਜੀ ਮੈਮੋਰੀਅਲ ਚੈਰੀਟੇਬਲ ਹਸਪਤਾਲ ਵਿਖੇ ਪਹੁੰਚ ਕੇ ਇਸ ਸੇਵਾ ਦਾ ਫ੍ਰੀ ਲਾਭ ਲੈ ਸਕਦੇ ਹਨ ਅਤੇ ਇਹ ਸੇਵਾ ਇਸੇ ਤਰ੍ਹਾਂ 1 ਮਹੀਨਾ ਨਿਰੰਤਰ ਜਾਰੀ ਰਹੇਗੀ। ਸੰਤ ਬਾਬਾ ਪ੍ਰੀਤਮ ਦਾਸ ਜੀ ਕਰੋਨਾ ਮਹਾਮਾਰੀ ਦੇ ਦੌਰ ਦੇ ਵਿੱਚ ਬਹੁਤ ਸਾਰੀਆਂ ਸੇਵਾਵਾਂ ਦੀ ਮਨੁੱਖਤਾ ਨੂੰ ਲੋੜ ਪੈ ਰਹੀ ਹੈ, ਜਿਨ੍ਹਾਂ ਵਿੱਚੋਂ ਕਿ ਸਭ ਤੋਂ ਅਹਿਮ ਇਸ ਵੇਲੇ ਲਾਈਫ ਸੇਵਿੰਗ ਜਿਹੜੀ ਹੈ ਉਹ ਆਕਸੀਜਨ ਸਿੱਧ ਹੋ ਰਹੀ ਹੈ, ਕਿਉਂਕਿ ਇਹਦੇ ਬਗੈਰ ਸਾਹ ਲੈਣਾ ਜਦੋਂ ਔਖਾ ਹੋ ਜਾਂਦਾ ਤਾਂ ਫਿਰ ਬਹੁਤ ਸਾਰਾ ਨੁਕਸਾਨ ਮਨੁੱਖਤਾ ਦਾ ਪਿਛਲੇ ਸਮੇਂ ਦੇ ਵਿੱਚ ਹੋਇਆ। ਖਾਸ ਤੌਰ 'ਤੇ ਹਿੰਦੁਸਤਾਨ ਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਮੌਤਾਂ ਜਿਹੜੀਆਂ ਹੋਈਆਂ। ਸੋ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਹਸਪੀਟਲ ਬਾਬੇ ਜੋੜੇ ਰਾਏਪੁਰ ਸੂਲਪੁਰ ਅਸੀਂ ਅੱਜ ਪਹੁੰਚੇ ਹਾਂ, ਜਿੱਥੇ ਕਿ ਬਾਬਾ ਜੀ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਆਕਸੀਜਨ ਸੈਂਟਰ ਜਿਹੜਾ ਵਾ ਉਹ ਸੰਗਤਾਂ ਵਾਸਤੇ ਪ੍ਰੋਵਾਈਡ ਕੀਤਾ ਜਾ ਰਿਹਾ, ਜਿਹਦੇ ਵਿੱਚ ਕਿ ਸੰਗਤ ਏਡ UK ਵੱਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਅਤੇ ਸਾਊਥ ਹਾਲ ਤੋਂ ਸ਼੍ਰੀ ਗੁਰੂ ਰਵਿਦਾਸ UK ਸਭਾ ਜਿਹੜੀ ਹੈ ਉਹ ਵੀ ਇਸ ਨੇਕ ਕਾਰਜ ਦੇ ਵਿੱਚ ਸਹਿਯੋਗ ਕਰ ਰਹੀ ਹੈ। ਸੋ ਇਸ ਇਲਾਕੇ ਦੇ ਵਾਸਤੇ ਮੈਂ ਸਮਝਦਾ ਕਿ ਇਸ ਹਸਪੀਟਲ ਦੇ ਵਿੱਚ ਜਿਹੜਾ ਅੱਜ ਸਥਾਪਿਤ ਕੀਤਾ ਜਾ ਰਿਹਾ ਆਕਸੀਜਨ ਸੈਂਟਰ ਤੇ ਉਹ ਬਹੁਤ ਲਾਹੇਵੰਦ ਸਿੱਧ ਹੋਏਗਾ, ਕਿਉਂਕਿ ਘਰਾਂ ਦੇ ਵਿੱਚ ਆਈਸੋਲੇਸ਼ਨ ਜਾਂ ਆਕਸੀਜਨ ਦਾ ਪ੍ਰਬੰਧ ਉਹਨਾਂ ਨਹੀਂ ਹੋ ਪਾਉਂਦਾ। ਸੋ ਹੋਰ ਵਧੇਰੇ ਜਾਣਕਾਰੀ ਜਿੱਥੇ ਆਪਾਂ ਹਾਸਲ ਕਰਦੇ ਸਾਡੇ ਨਾਲ ਬਾਬਾ ਜੀ ਖੜੇ ਨੇ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਤੇ ਇੱਧਰ ਸਾਡੇ ਨਾਲ ਡਾਕਟਰ ਸਾਹਿਬ MD ਸਾਹਿਬ ਤੇ ਹੋਰ ਬਹੁਤ ਸਾਰੇ ਡਾਕਟਰ ਸਾਹਿਬ ਤੇ ਸੇਵਾਦਾਰ ਸਾਰੇ ਮੌਜੂਦ ਨੇ। ਸੋ ਸਭ ਤੋਂ ਪਹਿਲਾਂ ਬਾਬਾ ਜੀ ਅਸੀਂ ਆਪ ਜੀ ਪਾਸੋਂ ਥੋੜ੍ਹੀ ਜਿਹੀ ਜਾਣਕਾਰੀ ਇਸ ਵਕਤ ਲੈਣਾ ਚਾਹਾਂਗੇ ਜੀ। ਪਰਮ ਸਤਿਕਾਰਯੋਗ ਗੁਰੂ ਸਾਧ ਸੰਗਤ ਜੀ, ਆਪ ਜੀ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਸਾਡੇ ਵਿਦੇਸ਼ਾਂ ਵਿੱਚ ਬੈਠੇ NRI ਲੱਖਾਂ ਦੀ ਤਾਦਾਦ ਦੇ ਵਿੱਚ ਜੋ ਸਾਡੇ ਭਾਰਤ ਲਈ ਸਾਡੇ ਪੰਜਾਬ ਲਈ ਫਿਕਰ ਕਰ ਰਹੇ ਆ। ਅਸੀਂ ਬਹੁਤ ਧੰਨਵਾਦੀ ਹਾਂ ਸੰਗਤ TV ਦਾ, ਜਿਨ੍ਹਾਂ ਨੇ ਸਾਡੀ ਆਵਾਜ਼ ਇਹਨਾਂ ਸੰਗਤਾਂ ਤੱਕ ਪਹੁੰਚਾਈ ਆ। ਔਰ ਦਿਨ ਦੇ ਵਿੱਚ ਕਈ ਜਿਹੜੇ ਨੌਜਵਾਨ ਆ ਉਹ ਬਿਮਾਰੀ ਦੇ ਕਰਕੇ ਜਾ ਰਹੇ ਆ, ਤੇ ਜਿਸ ਵੇਲੇ ਸੰਗਤ ਨੇ ਔਰ UK ਸਭਾ ਸਾਊਥ ਹਾਲ ਅਤੇ ਹੋਰ ਸਾਰੀਆਂ ਸਭਾਵਾਂ ਨੇ ਸਾਨੂੰ ਹੁਕਮ ਕੀਤਾ ਤੇ ਅਸੀਂ ਅੱਜ ਜੋ ਆਕਸੀਜਨ ਜੋ ਪਲਾਂਟ ਹੈ ਉਹ ਸ਼ੁਰੂ ਕਰ ਦਿੱਤਾ, ਕਿਉਂਕਿ ਸਾਡੇ ਪਹਿਲਾਂ ਹੀ ਤਿਆਰ ਸੀ ਆਕਸੀਜਨ ਬਣਾਉਣ ਵਾਸਤੇ। ਤਾਂ ਅਸੀਂ ਬਿਮਾਰੀ ਦੇ ਕਰਕੇ ਆ ਜਿਹੜੀ ਮਹਾਮਾਰੀ ਸੀ ਇਸ ਕਰਕੇ ਅਸੀਂ ਬੰਦ ਕਰ ਦਿੱਤਾ ਸੀਗਾ, ਤੇ ਉਹਨਾਂ ਦੀ ਕਿਰਪਾ ਦੇ ਨਾਲ ਉਹਨਾਂ ਦੇ ਸਹਿਯੋਗ ਦੇ ਨਾਲ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਅੱਜ ਫਿਰ ਸ਼ੁਰੂ ਕਰ ਦਿੱਤਾ ਗਿਆ। ਔਰ ਗੁਰੂ ਮਹਾਰਾਜ ਕਿਰਪਾ ਕਰਨਗੇ। ਇਹ ਜੋ ਪਹਿਲੀ ਸਟੇਜ ਆ ਉਹਦੇ ਲਈ ਅਸੀਂ ਬਹੁਤ ਯਤਨ ਕਰਕੇ ਔਰ ਬੜਾ ਮਿਹਨਤ ਕਰਕੇ ਸੰਗਤ TV ਔਰ ਸੰਗਤ ਏਡ ਦੁਆਰਾ ਜੋ ਸਾਨੂੰ ਸੇਵਾ ਦਿੱਤੀ ਗਈ ਆ, ਤੋ UK ਸਭਾ ਵੱਲੋਂ ਉਹਨਾਂ ਦੇ ਨੁਮਾਇੰਦਿਆਂ ਵੱਲੋਂ ਸਾਨੂੰ ਸੇਵਾ ਦਿੱਤੀ ਗਈ ਆ, ਤੇ ਉਹਦੇ ਲਈ ਅਸੀਂ ਬਹੁਤ ਧੰਨਵਾਦੀ ਆ। ਔਰ ਅਸੀਂ ਜਲਦੀ ਤੋਂ ਜਲਦੀ ਇਹ ਸਾਡੇ ਆਪਣੇ ਡਾਕਟਰ ਸਾਹਿਬਾਂ ਦੀ ਟੀਮ ਜੋ ਤਿਆਰ ਆ, ਤਾਂ ਅਸੀਂ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਜਲਦੀ ਤੋਂ ਜਲਦੀ ਇਸ ਕਾਰਜ ਨੂੰ ਅੱਜ ਹੀ ਸ਼ੁਰੂ ਕੀਤਾ ਜਾਵੇ। ਤਾਂ ਅੱਜ ਮਾਲਕ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਅਸੀਂ ਸਾਰੇ ਹੀ ਇਲਾਕੇ ਦੇ ਸੱਜਣ ਔਰ ਸਾਡੇ ਜਿਤਨੇ ਵੀ ਸੋਸਾਇਟੀ ਦੇ ਮੈਂਬਰ ਸਾਹਿਬਾਨ ਹਨ ਸਾਰਿਆਂ ਨੂੰ ਬੇਨਤੀ ਕੀਤੀ ਆ, ਡਾਕਟਰਾਂ ਨੂੰ ਬੇਨਤੀ ਕਰਕੇ ਅਸੀਂ ਇਹ ਸਾਰਾ ਕਾਰਜ ਸ਼ੁਰੂ ਕਰਨ ਜਾ ਰਹੇ ਹਾਂ। ਤਾਂ ਬਾਬਾ ਜੀ ਦਾ ਓਟ ਆਸਰਾ ਲੈ ਕੇ ਕੀਤਾ ਲੋੜੀਏ ਕੰਮ ਸਵਾਰ ਪੈ ਆਖੀਏ, ਕਾਰਜ ਦੇਹੋ ਸਵਾਰ ਸਤਿਗੁਰ ਸਾਖੀਏ, ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਏ, ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀਏ, ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਏ। ਅਸੀਂ ਓਟ ਆਸਰਾ ਲੈ ਕੇ ਮਹਾਰਾਜ ਦਾ ਸ਼ੁਰੂ ਕਰਨ ਜਾ ਰਹੇ ਹਾਂ। ਤਾਂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਾਂਗੇ, ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ। ਅਸੀਂ ਡਾਕਟਰ ਸਾਹਿਬ ਸਾਡੇ MD ਸਾਹਿਬ ਨੀਰੋ MD ਜੋ ਸਾਡੇ ਮਨਦੀਪ ਸੀ ਇੱਥੇ ਸੇਵਾ ਨਿਭਾ ਰਹੇ ਆ, ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਉਹ ਸੰਗਤ ਨੂੰ ਕਿਸ ਤਰ੍ਹਾਂ ਦਿਲਾਸਾ ਦੇਣਗੇ ਔਰ ਕਿਸ ਤਰ੍ਹਾਂ ਉਹ ਟ੍ਰੀਟਮੈਂਟ ਕਰਨਗੇ, ਇਹ ਉਹਨਾਂ ਨੂੰ ਬੇਨਤੀ ਕਰਾਂਗੇ। ਹਾਂਜੀ ਡਾਕਟਰ ਮਨਦੀਪ ਸਿੰਘ ਜੀ, ਥੋੜ੍ਹਾ ਜਿਹਾ ਤੁਸੀਂ ਵੀ ਜਾਣਕਾਰੀ ਦਿੰਦੇ ਕਿ ਇਹ ਸੈਂਟਰ ਦੇ ਵਿੱਚ ਕੀ ਸਹੂਲਤ ਮਿਲ ਸਕੇਗੀ। ਥੈਂਕ ਯੂ ਸੋ ਮਚ ਜੀ। ਸਭ ਤੋਂ ਪਹਿਲਾਂ ਮੈਂ ਬਾਬਾ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਇਹਨਾਂ ਨੇ ਇੰਨਾ ਵੱਡਾ ਉਪਰਾਲਾ ਕਰਕੇ ਤੇ ਸੰਗਤ ਵਾਸਤੇ ਆਕਸੀਜਨ ਦਾ ਇੰਤਜ਼ਾਮ ਕੀਤਾ ਹੈਗਾ। ਨੌਨ ਇਨਵੇਸਿਵ ਵੈਂਟੀਲੇਸ਼ਨ ਤੇ ਆਕਸੀਜਨ ਦਾ ਇੰਤਜ਼ਾਮ ਬਹੁਤ ਵੱਡੀ ਸੇਵਾ ਹੈਗੀ ਹੈ। ਤੇ ਮਰੀਜ਼ ਇਸ ਵੇਲੇ ਜਿਹੜੇ ਹੈ ਤੁਹਾਨੂੰ ਪਤਾ ਹੀ ਹੈ ਕਿ ਕਰੋਨਾ ਦੇ ਨਾਲ ਫੇਫੜਿਆਂ ਸੋਜ ਆ ਜਾਂਦੀ ਹੈਗੀ, ਆਕਸੀਜਨ ਦਾ ਇੱਕ ਸਰੀਰ ਦੇ ਵਿੱਚ ਕਮੀ ਹੋ ਜਾਂਦੀ ਹੈਗੀ,
ਤੇ ਇੱਕ ਵਾਰ ਆਕਸੀਜਨ ਸਰੀਰ 'ਚ ਕੰਮ ਹੋਵੇ ਤੇ ਬਾਕੀ ਆਰਗਨ ਵੀ ਹੌਲੀ ਹੌਲੀ ਫੇਲ ਹੋਣੇ ਸ਼ੁਰੂ ਹੋ ਜਾਂਦੇ ਹੈਗੇ। ਤੇ ਉਹ ਸਾਰੀ ਸਿਚੁਏਸ਼ਨ ਨੂੰ ਰਿਵਰਸ ਕਰਨ ਲਈ ਬੇਸਿਕ ਟ੍ਰੀਟਮੈਂਟ ਜਿਹੜਾ ਹੈਗਾ ਉਹ ਆਕਸੀਜਨ ਹੀ ਹੈ, ਜਿਹੜਾ ਮੇਨ ਟ੍ਰੀਟਮੈਂਟ ਹੈਗਾ। ਉਹਦੀ ਸਪਲਾਈ ਵਾਸਤੇ ਇਹਨਾਂ ਨੇ ਇੰਨਾ ਵੱਡਾ ਉਪਰਾਲਾ ਕੀਤਾ ਹੈਗਾ। ਅੱਗੇ ਵੀ ਇਹ ਬਹੁਤ ਸੇਵਾ ਇੱਥੇ ਕਰਦੇ ਰਹੇ ਨੇ ਤੇ ਉਹੀ ਮੈਂ ਇਹਨਾਂ ਦਾ ਇੱਕ ਵਾਰ ਫਿਰ ਧੰਨਵਾਦ ਕਰਦਾ। ਤੇ ਮੈਂ ਮੇਰੀ ਸਾਰੀਆਂ ਵਿਸ਼ੇਸ ਤੇ ਐਫਰਟ ਸਾਰੀਆਂ ਇਹਦੇ ਸਕਸੈਸ ਵਾਸਤੇ ਹੈ। ਸੋ ਬਿਲਕੁਲ ਇਹ ਜ਼ਿੰਦਗੀ ਆਪਾਂ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਸੁਣਦੇ ਆ ਰਹੇ ਹਾਂ ਕਿ ਇਹ ਸਾਹ ਲੈਣ ਵਾਸਤੇ ਆਕਸੀਜਨ ਜ਼ਰੂਰੀ ਹੁੰਦੀ ਹੈ ਜਾਂ ਆਕਸੀਜਨ ਦੇ ਨਾਲ ਅਸੀਂ ਸਾਹ ਲੈਂਦੇ, ਪਰ ਹੁਣ ਉਹਦੇ ਅਸਲੀ ਮਾਇਨੇ ਇਸ ਦੌਰ ਦੇ ਵਿੱਚ ਆ ਕੇ ਸਾਨੂੰ ਸਮਝ ਆਏ ਆ ਕਿ ਕਿੰਨੀ ਜ਼ਰੂਰੀ ਹੈ ਆਕਸੀਜਨ। ਸੋ ਭਾਈ ਸਾਹਿਬ, ਭਾਈ ਰਣਧੀਰ ਸਿੰਘ ਜੀ ਸਾਡੇ ਨਾਲ ਪਹੁੰਚੇ ਨੇ ਇੱਥੇ ਆਕਸੀਜਨ ਕਨਸਨਟ੍ਰੇਟਰ ਤੇ ਹੋਰ ਸਾਰੇ ਸਾਜ਼ੋ ਸਮਾਨ ਲੈ ਕੇ। ਸੋ ਭਾਈ ਸਾਹਿਬ ਜੀ, ਥੋੜ੍ਹਾ ਜਿਹਾ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰਦੇ ਇਸ ਮੌਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕਿ ਇਹ ਜੋ ਇਸ ਟਾਈਮ ਸਭ ਤੋਂ ਵੱਧ ਜਿਹੜੀਆਂ ਮੌਤਾਂ ਹੋਈਆਂ ਕੋਵਿਡ ਦੇ ਨਾਲ ਹੋ ਰਹੀਆਂ, ਪਰ ਬਹੁਤ ਸਾਰੇ ਮਰੀਜ਼ਾਂ ਦੀ ਮੌਤ ਆਕਸੀਜਨ ਨਾ ਮਿਲਣ ਕਾਰਨ ਹੋਈ। ਸੋ ਜਿਸ ਤਰ੍ਹਾਂ ਪਹਿਲਾਂ ਵੀ ਸੰਗਤ ਏਡ ਯੂਕੇ ਵੱਲੋਂ ਮੁਕਤਸਰ ਸਾਹਿਬ ਸਰਕਾਰੀ ਹਸਪਤਾਲ ਮੋਗਾ ਵਿੱਚ ਅਤੇ ਤਰਨਤਾਰਨ ਸਾਹਿਬ ਵਿਖੇ ਅੰਮ੍ਰਿਤਸਰ ਸਾਹਿਬ ਗੁਰੂ ਨਾਨਕ ਹਸਪਤਾਲ, ਅਤੇ ਅਸੀਂ ਸੋਚਦੇ ਸੀ ਕਿ ਦੁਆਬੇ ਦੇ ਵਿੱਚ ਵੀ ਕੋਈ ਸੇਵਾ ਸਾਡੇ ਵੱਲੋਂ ਹੋ ਸਕੇ। ਜਦੋਂ ਬਾਬਾ ਜੀ ਨੇ ਇਹ ਉਪਰਾਲਾ ਕੀਤਾ ਕਿ ਅਸੀਂ ਇਹ ਸ਼ੁਰੂ ਕਰ ਰਹੇ ਹਾਂ, ਮੈਨੂੰ ਭਾਈ ਜੀਤ ਸਿੰਘ ਹੁਣਾਂ ਨੇ ਇਨਫੋਰਮੇਸ਼ਨ ਦਿੱਤੀ। ਸੋ ਮੈਨੂੰ ਬਹੁਤ ਖੁਸ਼ੀ ਹੋਈ ਕਿ ਜਿਹਦੇ ਜੇਬ ਵਿੱਚ 4 ਪੈਸੇ ਆ ਉਹ ਤਾਂ ਜਿਸ ਵੱਡੇ ਮਹਿੰਗੇ ਹਸਪਤਾਲਾਂ ਵਿੱਚ ਪਹੁੰਚ ਜਾਂਦੇ, ਉਹਨਾਂ ਨੂੰ ਆਕਸੀਜਨ ਵੀ ਮਿਲ ਜਾਂਦੀ, ਦਵਾਈਆਂ ਵੀ ਮਿਲ ਜਾਂਦੀਆਂ, ਪਰ ਜਿਹਦੀ ਜੇਬ ਦੇ ਵਿੱਚ 2-4 ਲੱਖ ਰੁਪਈਆ ਨਾ ਹੋਵੇ, 5 ਲੱਖ, ਤਾਂ ਉਹ ਕਿੱਥੇ ਜਾਏਗਾ। ਸੋ ਉਹਦੇ ਵਾਸਤੇ ਇਹ ਜੋ ਬਾਬਾ ਜੀ ਨੇ ਜੋ ਆਕਸੀਜਨ ਦਾ ਨਾਲ ਦਵਾਈਆਂ ਵੀ ਦੇਣਗੇ, ਇਕੱਲੀ ਆਕਸੀਜਨ ਹੀ ਨਹੀਂ ਦੇਣਗੇ, ਜਿਹੜੀਆਂ ਮੁੱਢਲੇ ਤੌਰ 'ਤੇ ਦਵਾਈਆਂ ਦੀ ਲੋੜ ਹੋਏਗੀ। ਹਾਂ ਠੀਕ ਹੈ, ਜਦੋਂ ਕੋਈ ਕ੍ਰਿਟੀਕਲ ਹੋ ਜਾਏਗਾ ਉਹਦੇ ਵਾਸਤੇ ਬਾਬਾ ਜੀ ਨਾਲ ਮੇਰੀ ਗੱਲ ਹੋਈ ਸੀ। ਉਹ ਬਾਬਾ ਜੀ ਨੇ ਜਲੰਧਰ ਦੇ ਵਿੱਚ ਕੁਛ ਹਸਪਤਾਲਾਂ ਦੇ ਨਾਲ, ਜਿਸ ਤਰ੍ਹਾਂ ਬਾਬਾ ਜੀ ਦੇ ਬਹੁਤ ਪ੍ਰੇਮ ਵਾਲੇ ਨੇ, ਜਨਤਾ ਹਸਪੀਟਲ ਵਾਲੇ, ਆਕਸਫੋਰਡ ਵਾਲੇ, ਹੋਰ ਵੀ ਬਾਬਾ ਜੀ ਦੇ ਨਾਲ ਪਿੰਮਸ ਵਾਲੇ, ਜਿਹੜੇ ਕਿ ਗੜਾ ਗੰਨਾ ਫਾਰਮ ਵਿੱਚ ਹਸਪਤਾਲ ਬਣਿਆ ਹੈ, ਬਹੁਤ ਵੱਡਾ, ਸਭ ਤੋਂ ਵੱਡਾ ਹਸਪਤਾਲ ਜਲੰਧਰ ਵਿੱਚ ਹੈ। ਸੋ ਉਹਨਾਂ ਨਾਲ ਬਾਬਾ ਜੀ ਨੇ ਲਿੰਕ ਕੀਤਾ ਹੈ ਕਿ ਅਗਰ ਕੋਈ ਮਰੀਜ਼ ਸੀਰੀਅਸ ਹੋ ਜਾਂਦਾ ਤਾਂ ਉਹਨਾਂ ਨੂੰ ਉੱਥੇ ਪਹੁੰਚਾਇਆ ਜਾਵੇਗਾ ਜਲਦੀ ਤੋਂ ਜਲਦੀ। ਸੋ ਇਹ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਜਿਹੜਾ ਕਿ ਪੇਂਡੂ ਖੇਤਰ ਦੇ ਵਿੱਚ ਹੈ, ਅਤੇ ਇਸ ਦਾ ਵੱਧ ਤੋਂ ਵੱਧ ਲਾਭ ਉਹਨਾਂ ਪ੍ਰਾਣੀਆਂ ਨੂੰ ਹੋਏਗਾ ਜਿਹਨੇ ਜੇਬ ਵਿੱਚੋਂ ਖਰਚਾ ਨਹੀਂ ਕਰ ਸਕਦੇ। ਸੋ ਮੈਂ ਸ੍ਰੀ ਗੁਰੂ ਰਵਿਦਾਸ ਸਭਾ ਯੂਕੇ ਸਾਊਥ ਹਲ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਉਤਸ਼ਾਹ ਦਿੱਤਾ ਕਿ ਬਾਬਾ ਜੀ ਤੁਸੀਂ ਇਹ ਸਾਰਾ ਕਾਰਜ ਸ਼ੁਰੂ ਕਰੋ। ਸੋ ਨਾਲ ਹੀ ਸੰਗਤ ਏਡ ਵੱਲੋਂ, ਅਤੇ ਮੇਨ ਤਾਂ ਕਿਉਂਕਿ ਸ਼ੁਰੂ ਕਰਨ ਦਾ ਤਾਂ ਮੈਂ ਤਾਂ ਭਾਈ ਗੁਰਪ੍ਰੀਤ ਸਿੰਘ ਸੋਚਦੇ ਸੀ ਕਿ GT ਰੋਡ 'ਤੇ ਆਪਣੇ ਫੈਕਟਰੀ ਵਿੱਚ ਸ਼ੁਰੂ ਕਰ ਲਈਏ, ਪਰ ਉਹ ਸੁਵਿਧਾ ਜਿਹੜਾ ਕਿ ਇੱਥੇ ਹਸਪਤਾਲ ਆਲਰੇਡੀ ਬਣਿਆ ਹੋਇਆ, ਔਰ ਇਸ ਟਾਈਮ 'ਤੇ ਬਾਕੀ ਦੀਆਂ ਸੇਵਾਵਾਂ ਸਾਰੀਆਂ ਜਿਹੜੀਆਂ ਮੁਲਤਵੀ ਕੀਤੀਆਂ ਹੋਈਆਂ ਸੀ ਕੁਛ ਚਿਰ ਤੋਂ, ਕਿਉਂਕਿ ਰਿਸਕ ਬਹੁਤ ਸੀਗਾ, ਕਿਉਂਕਿ ਜੇ ਅਗਰ ਕੋਈ ਕੋਵਿਡ ਦਾ ਮਰੀਜ਼ ਆ ਜਾਵੇ ਤਾਂ ਦੂਸਰੇ ਆਏ ਹੋਏ ਮਰੀਜ਼ਾਂ ਨੂੰ ਉਸ ਤੋਂ ਲਾਗ ਲੱਗ ਸਕਦੀ ਸੀ। ਪਰ ਹੁਣ ਇਹ ਜੋ ਉਪਰਾਲਾ ਸਿਰਫ ਅਤੇ ਸਿਰਫ ਕੋਵਿਡ ਵਾਲੇ ਮਰੀਜ਼ਾਂ ਵਾਸਤੇ ਆਕਸੀਜਨ ਦਾ ਕੀਤਾ ਗਿਆ ਹੈ, ਅਤੇ ਮੁੱਢਲੀ, ਜਿਸ ਨੂੰ ਮੁੱਢਲੀ ਸਹਾਇਤਾ ਕਹਿੰਦੇ ਨੇ, ਅਗਰ ਮੁੱਢ 'ਤੇ ਹੀ ਉਹਨਾਂ ਨੂੰ ਆਕਸੀਜਨ ਮਿਲ ਜਾਵੇ ਤਾਂ ਮਰੀਜ਼ ਨੂੰ ਬਹੁਤ ਮਦਦ ਮਿਲਦੀ ਹੈ, ਤਾਂ ਉਹ ਬਿਮਾਰੀ ਜਿਹੜੀ ਹੈ ਉੱਤੇ ਕਾਬੂ ਪੈ ਜਾਂਦਾ ਜੀ। ਸੋ ਸੰਗਤ ਏਡ ਵੱਲੋਂ ਮਸ਼ੀਨ ਜਾਂ ਕੋਈ ਜਿਹੜੀ ਸਹੂਲਤ ਦਿੱਤੀ ਗਈ ਆ ਉਹ ਵੀ ਕਿਰਪਾ ਕਰਕੇ ਸੰਗਤ ਨੂੰ ਦੱਸ ਦਿੱਤਾ ਜਾਵੇ। ਤਾਂ ਸੰਗਤ ਦੀਆਂ ਕੋਈ ਨਹੀਂ, ਤੁਸੀਂ ਜਦ ਸੰਗਤ ਨੂੰ ਦੱਸ ਦਿਓ, ਕਿਉਂਕਿ ਸੰਗਤ ਜਦ ਸਾਡੇ ਸੁਣੇਗੀ ਤੇ ਪਤਾ ਲੱਗੇਗਾ ਕਿ ਸੰਗਤ ਏਡ ਕਿੱਥੇ ਕਿੱਥੇ ਜਾ ਕੇ ਮੱਲਾ ਮਾਰਦੀ ਆ। ਤੇ ਅਸੀਂ ਬੇਨਤੀ ਕਰਾਂਗੇ ਆਪ ਜੀ ਨੂੰ ਕਿ ਆਪ ਜੀ ਨੇ ਆਕਸੀਜਨ ਦੇ ਸਿਲੰਡਰ ਵੀ ਦਿੱਤੇ ਆ ਔਰ ਮਸ਼ੀਨਾਂ ਵੀ ਦਿੱਤੀਆਂ, ਉਹ ਵਿਸਥਾਰਤ ਜਿਹਾ ਕਰ ਦਿਓ ਕਿਰਪਾ ਕਰਕੇ ਜੀ। ਸੋ ਸੰਗਤ ਏਡ ਯੂਕੇ ਵੱਲੋਂ ਇੱਥੇ ਆਕਸੀਜਨ ਕਨਸਨਟ੍ਰੇਟਰ ਪ੍ਰੋਵਾਈਡ ਕੀਤੇ ਜਾ ਰਹੇ ਹਨ, ਅਤੇ ਨਾਲ ਦੀ ਨਾਲ ਮੈਂ ਆਖਿਆ ਸੀ ਕਿ 20 ਸਿਲੰਡਰ ਵੀ ਜਿਹੜੇ D ਟਾਈਪ ਨੇ ਵੱਡੇ, ਉਹ ਪਰ ਉਹ ਕੱਲ੍ਹ ਮੈਨੂੰ ਮਿਲ ਨਹੀਂ ਸਕੇ। ਅੱਜ ਸ਼ਾਮ ਦਾ ਉਹਨਾਂ ਵਾਅਦਾ ਕੀਤਾ ਕਿ ਦੇਣਗੇ। ਸੋ ਜਦੋਂ ਵੀ ਮੈਨੂੰ ਮਿਲ ਜਾਂਦੇ ਨੇ, ਬੜੀ ਮੁਸ਼ਕਿਲ ਨਾਲ ਮਿਲਦੇ ਨੇ, ਉਹ ਵੀ ਬਲੈਕ ਮਾਰਕੀਟ ਦੇ ਵਿੱਚੋਂ ਮਿਲਦੇ ਨੇ। ਸੋ ਕਈ ਵਾਰੀ ਉਹ ਵਾਅਦਾ ਕਰ ਲੈਂਦੇ ਪਰ ਉਹਦੇ 'ਤੇ ਉਹ ਡਿਲੀਵਰੀ ਨਹੀਂ ਦਿੰਦੇ। ਸੋ ਇਸ ਕਰਕੇ ਬਾਕੀ ਜੋ PPE ਕਿੱਟਾਂ ਸਨ ਉਹ ਦਿੱਤੀਆਂ ਜਾ ਰਹੀਆਂ ਨੇ, ਆਕਸੀਮੀਟਰ ਦਿੱਤੇ ਜਾ ਰਹੇ ਨੇ, ਆਕਸੀਜਨ ਫਲੋ ਮੀਟਰ ਜਿਹੜੇ ਕਿ ਸਿਲੰਡਰ ਦੇ ਉੱਤੇ ਲੱਗਦੇ ਉਹ ਹੀ ਨਹੀਂ ਮਿਲਦੇ ਸੀ। ਬੜੀ ਮੁਸ਼ਕਿਲ ਦੇ ਨਾਲ ਸੰਗਤ ਏਡ ਵੱਲੋਂ ਕਲਕੱਤੇ ਤੋਂ 100 ਮੀਟਰ ਮੰਗਾਇਆ ਗਿਆ, ਜਿਹੜੇ ਕਿ 25 ਬਾਬਾ ਜੀ ਨੂੰ ਪ੍ਰੋਵਾਈਡ ਕਰਾਂਗੇ, ਅਤੇ ਆਕਸੀਜਨ ਕਨਸਨਟ੍ਰੇਟਰ ਵੀ 10 ਦੇਵਾਂਗੇ, ਜਿਨ੍ਹਾਂ ਵਿੱਚੋਂ 5 ਅੱਜ ਅਸੀਂ ਲੈ ਕੇ ਆਏ ਹਾਂ। 'ਚ। 'ਚ ਵੀ 5000 ਲੈ ਕੇ ਆਏ ਹਾਂ। ਹਾਂਜੀ।
ਸੋ ਇਹ ਸਾਧ ਸੰਗਤ ਜੀ ਤੁਹਾਡੇ ਜੋ ਤੁਸੀਂ ਇੱਥੇ ਸੰਗਤ ਟੀਵੀ ਤੇ ਸੇਵਾ ਦਿੰਦੇ ਹੋ, ਉਹ ਸੰਗਤ ਦੀ ਹੀ ਇਹ ਚੀਜ਼ਾਂ ਨੇ। ਇਹ ਸੰਗਤ ਏੜੀਆਂ ਨਹੀਂ ਹਨ, ਇਹ ਯੂਕੇ ਯੂਰਪ ਵਿਦੇਸ਼ਾਂ ਵਿੱਚ ਬੈਠੀ ਸੰਗਤ ਦੇ ਉਦਮ ਸਦਕਾ ਤੁਹਾਡੀ ਮਾਇਆ ਦੇ ਨਾਲ ਇਹ ਜੋ ਸਮਾਨ ਖਰੀਦਿਆ ਹੈ ਉਹ ਇੱਥੇ ਮੈਨੂੰ ਬੜੀ ਹੀ ਖੁਸ਼ੀ ਹੋਈ, ਕਿਉਂਕਿ ਮੈਂ ਜਲੰਧਰ ਹਸਪਤਾਲ ਵੀ ਲਿੰਕ ਕੀਤਾ ਸੀ। ਉਹ ਸਾਰੇ ਕਹਿ ਰਹੇ ਸਨ ਵੀ ਸਾਨੂੰ ਜੋ ਮਸ਼ੀਨਾਂ ਨੇ ਹੋਰ ਸੰਸਥਾਵਾਂ, ਜਿਸ ਤਰ੍ਹਾਂ ਕਿ ਮੈਂ ਅੰਗਰੇਜ਼ੀ ਨਹੀਂ ਕਰਾਂਗਾ, ਮੈਂ ਮੁਕਤਸਰ ਵੀ ਗਿਆ ਸੀ, ਮੋਗਾ ਵੀ ਗਿਆ, ਹੋਰ ਵੀ ਪਤਾ ਕੀਤਾ, ਜਿੱਥੇ ਜਿੱਥੇ ਅਸੀਂ ਦੇ ਕੇ ਆਏ ਉੱਥੇ ਖਾਲਸਾ ਏਡ ਵੱਲੋਂ ਵੀ ਮਸ਼ੀਨਾਂ ਪਹੁੰਚੀਆਂ ਨੇ ਤੇ ਹੋਰ ਵੀ ਕੁਝ ਸੰਸਥਾ ਵੱਲੋਂ, ਪੰਜਾਬ ਸਰਕਾਰ ਵੱਲੋਂ ਵੀ ਦਿੱਤੀਆਂ ਗਈਆਂ ਨੇ। ਪਰ ਮੈਨੂੰ ਬੜੀ ਹੀ ਹੈਰਾਨੀ ਹੁੰਦੀ ਆ ਕਿ ਸਾਡੇ ਪੰਜਾਬ ਦੇ ਜੇ 18-20 ਜ਼ਿਲ੍ਹੇ ਨੇ ਤੇ ਉਹਦੇ ਵਿੱਚੋਂ ਸਿਰਫ 5 ਹੀ ਡਿਸਟ੍ਰਿਕਟ ਨੇ ਜਿੱਥੇ ਸਰਕਾਰੀ ਹਸਪਤਾਲਾਂ ਵਿੱਚ ਵੈਂਟੀਲੇਟਰ ਦਾ ਪ੍ਰਬੰਧ ਹੈ। ਬਾਕੀ ਦਿਆਂ ਨੂੰ ਵੈਂਟੀਲੇਟਰ ਗਏ ਪਰ ਉਹਨਾਂ ਦੇ ਕੋਲ ਸਟਾਫ ਹੀ ਨਹੀਂ ਯੂਜ਼ ਕਰਨ ਵਾਲਾ, ਨਾ ਉਹਨਾਂ ਕੋਲ ਉਨੀ ਆਕਸੀਜਨ ਦਾ ਪ੍ਰਬੰਧ ਹੈ, ਕਿਉਂਕਿ ਜਿਹੜਾ ਵੈਂਟੀਲੇਟਰ ਹੈ ਇੱਕ ਦਿਨ ਵਿੱਚ 20 ਸਿਲੰਡਰ 20 ਤੋਂ 25 ਸਿਲੰਡਰ ਇੱਕ ਵੈਂਟੀਲੇਟਰ ਇੱਕ ਮਰੀਜ਼ 'ਤੇ ਖਾ ਜਾਂਦਾ ਹੈ। ਸੋ ਉਹਨਾਂ ਦੇ ਕੋਲ ਨਾ ਆਕਸੀਜਨ ਦਾ ਪ੍ਰਬੰਧ, ਉੱਥੇ ਵੈਂਟੀਲੇਟਰ ਭੇਜ ਦਿੱਤੇ, ਉਹ ਉਹਨਾਂ ਨੇ ਗਾਂ ਹੋਰ ਫਿਰ ਹਸਪਤਾਲਾਂ ਨੂੰ ਜਿੱਥੇ ਸੁਵਿਧਾ ਸੀ ਉੱਥੇ ਭੇਜ ਦਿੱਤੇ। ਸੋ ਇਹ ਬਹੁਤ ਹੀ ਸਾਡੇ ਇਸ ਯੁੱਗ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਇੱਕ ਵੀ ਹਸਪਤਾਲ ਸਰਕਾਰੀ ਐਸਾ ਨਾ ਹੋਵੇ ਕਿ ਜਿੱਥੇ ਇਹ ਸੁਵਿਧਾ ਹੋਣ। ਇਹ ਬਹੁਤ ਹੀ ਸਰਕਾਰਾਂ ਵਾਸਤੇ ਇੱਕ ਸ਼ਰਮਿੰਦਗੀ ਦੀ ਗੱਲ ਹੈ, ਕਿਉਂਕਿ 1 ਸਾਲ ਪਹਿਲਾਂ ਤੋਂ ਇਹ ਬਿਮਾਰੀ ਆਈ ਹੋਵੇ। ਤੇ ਜਿੰਨਾ ਵੀ ਇਹ ਜੋ ਪ੍ਰਬੰਧ ਨੇ, ਇਹ ਸੰਸਥਾਵਾਂ ਨੇ, ਜਿਸ ਤਰ੍ਹਾਂ ਕਿ ਬਾਬਾ ਜੀ ਇੱਥੇ ਕਰ ਰਹੇ ਨੇ, ਇਸੇ ਤਰ੍ਹਾਂ ਤਰਨਤਾਰਨ ਹਸਪਤਾਲ ਜੋ ਸੁਪਰ ਸਪੈਸ਼ਲਿਟੀ ਗੁਰੂ ਨਾਨਕ ਦੇਵ ਬਣਿਆ ਹੈ, ਉਹਦੀ ਬਹੁਤ ਸੰਗਤਾਂ ਨੂੰ ਉਸਦਾ ਬਹੁਤ ਹੀ ਰਾਹਤ ਮਿਲੀ ਹੈ। ਤੇ ਇੱਕ ਟਾਈਮ ਦੇ ਉੱਤੇ 36 ਮਰੀਜ਼ ਉੱਥੇ ਕੋਵਿਡ ਦੇ ਦਾਖਲ ਸਨ, ਜਿਹੜੇ ਵਿੱਚੋਂ ਕਿ 10 ਕੁ ਬਹੁਤ ਸੀਰੀਅਸ ਸਨ, ਜਿਹੜੇ ਕਿ ਵੈਂਟੀਲੇਟਰ 'ਤੇ ਚੱਲ ਰਹੇ ਸੀ। ਤੇ ਮੇਰੇ ਦੇਖਦਿਆਂ ਤੇ ਤਕਰੀਬਨ ਸਰਦਾਰ ਗੁਰਮੇਲ ਸਿੰਘ ਮੱਲੀ 100 ਸਾਲ ਪ੍ਰਧਾਨ ਸ੍ਰੀ ਗੁਰੂ ਸਿੰਘ ਸਾਹਿਬ, ਉਹਨਾਂ ਦੀ ਮਾਤਾ 90 ਸਾਲ ਦੀ ਸੀ, ਉਹ ਵੀ ਉਹ ਗਰਾਵਾਂ ਤੋਂ ਇੱਥੇ ਲੈ ਕੇ ਆਏ ਤੇ ਉਹ 10 ਦਿਨ ਬਾਅਦ ਠੀਕ ਹੋ ਕੇ ਘਰ ਗਏ। ਬਹੁਤ ਹੀ ਵੱਡੀ ਸਫਲਤਾ ਸੀ। ਸੋ ਇਹ ਜੋ ਮਹਾਂਪੁਰਸ਼ਾਂ ਵੱਲੋਂ, ਬਾਬਾ ਜੀ ਨਿਰਮਲ ਦਾਸ ਜੀ ਵੱਲੋਂ ਇਸ ਹਸਪਤਾਲ ਵਿੱਚ ਰਾਏਪੁਰ ਰਸੂਲਪੁਰ ਵਿਖੇ ਜੋ ਇਹ ਇੰਤਜ਼ਾਮ ਕੀਤਾ ਹੈ, ਇਸ ਦਾ ਲਾਭ ਇਸ ਸਾਰੇ ਏਰੀਏ ਦੇ ਵਿੱਚ ਸੰਗਤਾਂ ਨੂੰ ਜੋ ਮਿਲੇਗਾ, ਇਹਦੇ ਬਾਬਾ ਜੀ ਬਹੁਤ ਧੰਨਤਾ ਦੇ ਪਾਤਰ ਹਨ। ਸੋ ਮਹਾਰਾਜ ਇਹਨਾਂ ਨੂੰ ਹੋਰ ਹਿੰਮਤ ਬਖਸ਼ਣ। ਇਹ ਸੰਗਤਾਂ ਦੀ ਸੇਵਾ, ਜਿਸ ਤਰ੍ਹਾਂ ਸਦਾ ਹੀ ਅੱਖਾਂ ਦੇ ਕੈਂਪ ਫ੍ਰੀ ਲਾਉਂਦੇ ਨੇ ਇਸ ਹਸਪਤਾਲ ਦੇ ਵਿੱਚ। ਮੈਨੂੰ ਅੱਜ ਹੀ ਸਾਡੇ ਰਿਸ਼ਤੇਦਾਰ ਇੱਕ ਬੱਚੀ ਨੇ ਦੱਸਿਆ ਕਿ ਮੈਂ ਦੰਦਾਂ ਦਾ ਇਲਾਜ ਵੀ ਇੱਥੇ ਕਰਾਇਆ ਕਰਦੀ ਸੀ। ਸੋ ਇਸ ਏਰੀਏ ਨੂੰ, ਇਸ ਹਸਪਤਾਲ ਦਾ ਬਹੁਤ ਲਾਭ ਹੈ। ਇਸ ਤਰ੍ਹਾਂ ਦੀਆਂ ਸੰਸਥਾਵਾਂ ਹਰ ਜਗ੍ਹਾ 'ਤੇ ਹੋਣੀਆਂ ਚਾਹੀਦੀਆਂ। ਜਿਸ ਤਰ੍ਹਾਂ ਸਕੂਲ ਬਣੇ ਨੇ, ਨਾਲ ਨਾਲ ਬਾਬਾ ਜੀ ਨੇ ਜੋ ਹਸਪਤਾਲ ਦਾ ਉਪਰਾਲਾ ਕੀਤਾ, ਇਸ ਦੀ ਹੁਣ ਸਾਨੂੰ ਮਹਿਸੂਸ ਹੋਈ ਆ ਵੀ ਕਦੀ ਵੀ ਕੋਈ ਇੱਦਾਂ ਦੀ ਆਫਤ ਆ ਜਾਵੇ ਤੇ ਇਹ ਜੇ ਹਸਪਤਾਲ ਨੇ, ਇਹ ਜ਼ਰੂਰ ਚਾਹੀਦੇ ਨੇ। ਗੁਰਦੁਆਰਿਆਂ ਦੇ ਨਾਲ ਨਾਲ ਹੋਰ ਇਹ ਹਸਪਤਾਲਾਂ ਦਾ ਵੀ ਨਾਲ ਕਾਰਜ ਹੈ ਤਾਂ ਬਹੁਤ ਔਖਾ, ਕਿਉਂਕਿ ਇਹ ਕਾਰਜ ਤਾਂ ਸਰਕਾਰਾਂ ਦਾ ਹੈ, ਪਰ ਸਾਡੀਆਂ ਸਰਕਾਰਾਂ ਦਾ ਜੋ ਹਾਲ ਹੈ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਮੈਂ ਬਾਲਾ ਜ਼ਿਆਦਾ ਨਾ ਕਹਾਂ ਤੇ ਫੇਰ ਕਹਾਂਗਾ ਇਹ ਬਾਕੀ ਇਹ ਜੋ ਟੀਮ ਡਾਕਟਰਾਂ ਦੀ ਆਈ ਹੈ, ਇਹਨਾਂ ਨੇ ਕਮਰ ਕੱਸਾ ਕੱਸਿਆ ਹੈ, ਬੀਬੀਆਂ ਨੇ ਕਮਰ ਕੱਸਾ ਕੱਸਿਆ ਹੈ, ਜਿਨ੍ਹਾਂ ਨੇ ਸੇਵਾ ਕਰਨੀ ਹੈ। ਮੇਨ ਸੇਵਾ ਇਹਨਾਂ ਦੀ ਹੋਣੀ ਹੈ। ਆਪਾਂ ਮਾਇਆ ਦੇ ਨਾਲ ਕੋਈ ਔਜ਼ਾਰ ਦੇ ਸਕਦੇ ਹਾਂ, ਮਸ਼ੀਨਾਂ ਲੈ ਕੇ ਦੇ ਸਕਦੇ ਹਾਂ, ਪਰ ਜਿਹੜੀ ਇਹਨਾਂ ਨੇ ਆਪਣੀ ਜਾਨ ਦੇ ਉੱਤੇ ਖੇਡ ਕੇ ਇਹ ਜੋ ਸੇਵਾ ਕਰਨੀ ਹੈ, ਸੋ ਇਹਨਾਂ ਨੂੰ ਮੇਰੇ ਵੱਲੋਂ ਤਾਂ ਮੈਂ ਤਾਂ ਨਮਸਕਾਰ ਕਰਾਂਗਾ ਇਹਨਾਂ ਸਾਰੇ ਸਟਾਫ ਨੂੰ, ਜਿਨ੍ਹਾਂ ਨੇ ਇਹ ਬਾਬਾ ਜੀ ਦੇ ਬਚਨਾਂ ਦੇ ਉੱਤੇ ਫੁੱਲ ਚੜਾਉਂਦੇ ਹੋਇਆ ਇਹਨਾਂ ਨੇ ਸਾਰਿਆਂ ਨੇ ਕਿਹਾ ਕਿ ਅਸੀਂ ਇਹ ਸੇਵਾ ਕਰਨ ਨੂੰ ਤਿਆਰ ਹਾਂ। ਨਹੀਂ ਤਾਂ ਘਰ ਦੇ ਵੀ ਪਰੇ ਹਟ ਜਾਂਦੇ ਆ, ਰਿਸ਼ਤੇਦਾਰ ਪਰੇ ਹਟ ਜਾਂਦੇ ਆ। ਕਿੱਦਾਂ ਦੀ ਹਾਲਾਤ ਹੋ ਗਈ ਇਸ ਦੇਸ਼ ਦੇ ਵਿੱਚ। ਇੱਕ ਤਾਂ ਥੋੜ੍ਹੀ ਅਨਪੜ੍ਹਤਾ ਵੀ ਹੈ, ਬੇਸਮਝੀ ਵੀ ਹੈ ਕਿ ਆਪਣੇ ਕੰਧਿਆਂ ਦੇ ਉੱਤੇ ਲੈ ਕੇ ਜਾਂਦੇ ਨੇ। ਪਰ ਇਹ ਜੋ ਡਾਕਟਰ ਜਿਹੜੇ ਸੇਵਾ ਕਰਦੇ ਨੇ ਇਸ ਸਮੇਂ ਦੇ ਵਿੱਚ, ਇਹਨਾਂ ਦੇ ਉੱਤੇ ਮੈਂ ਤਾਂ ਕਹਾਂ ਅਕਾਲ ਪੁਰਖ ਇਹਨਾਂ ਨੂੰ ਹੋਰ ਹਿੰਮਤ ਬਖਸ਼ਣ, ਹੋਰ ਮਹਾਰਾਜ ਇਹਨਾਂ ਦੇ ਪਰਿਵਾਰਾਂ ਵਿੱਚ ਖੁਸ਼ੀਆਂ ਬਖਸ਼ਣ, ਜਿਨ੍ਹਾਂ ਨੇ ਸੇਵਾ ਦਾ ਹਿੰਮਤ ਕੀਤੀ ਹੈ ਕਿ ਅਸੀਂ ਇਹ ਸੇਵਾ ਨਿਭਾਵਾਂਗੇ। ਸੋ ਬਿਲਕੁਲ, ਮੈਂ ਸਮਝਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵੱਡੇ ਪੱਧਰ ਦੇ ਉੱਤੇ ਇਹ ਸੇਵਾਵਾਂ ਜਿਹੜੀਆਂ ਹੁਣ ਸ਼ੁਰੂ ਹੋ ਰਹੀਆਂ ਨੇ, ਤੇ ਭਾਈ ਸਾਹਿਬ ਰਣਧੀਰ ਸਿੰਘ ਟਰਸਟੀ ਸੰਗਤ ਟਰਸਟ ਯੂਕੇ, ਇਸ ਟਰਸਟ ਦੇ ਅਧੀਨ ਹੀ ਇਹ ਸੰਗਤ ਏਡ ਯੂਕੇ ਸਾਰਾ ਕੰਮ ਕਰਦੀ ਹੈ। ਸੰਗਤ ਟੈਲੀਵਿਜ਼ਨ ਵੀ ਇਹਦਾ ਹੀ ਇੱਕ ਹਿੱਸਾ ਹੈ। ਸੋ ਇਹ ਸਾਰੀਆਂ ਸੇਵਾਵਾਂ ਜਿਹੜੀਆਂ ਭਾਈ ਮਹਿੰਦਰ ਸਿੰਘ ਜੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਸੋਹੋ ਰੋਡ ਵਾਲੇ, ਉਹ ਸਾਡੇ ਚੇਅਰਮੈਨ ਨੇ ਸੰਗਤ ਟਰਸਟ ਦੇ। ਉਹਨਾਂ ਦੀ ਰਹਿਨੁਮਾਈ ਹੇਠ ਇਹ ਸਾਰੇ ਫੈਸਲੇ ਜਿਹੜੇ ਲਏ ਜਾਂਦੇ ਨੇ ਪਰਉਪਕਾਰ ਦੇ। ਸੋ ਬਾਬਾ ਜੀ, ਕਿਉਂਕਿ ਹੋਰ ਵੀ ਬੜੀਆਂ ਸਾਰੀਆਂ ਗੱਲਾਂ ਮੈਨੂੰ ਲੱਗਦਾ ਕਿ ਅਜੇ ਤੁਹਾਡੇ ਰਾਹੀਂ ਸੰਗਤਾਂ ਤੱਕ ਪਹੁੰਚਣੀਆਂ ਚਾਹੀਦੀਆਂ ਨੇ। ਬੜਾ ਵੱਡਾ ਇੱਕ ਖਿਲਾ, ਜਿੱਦਾਂ ਹੁਣੇ ਭਾਈ ਸਾਹਿਬ ਨੇ ਗੱਲ ਕੀਤੀ ਕਿ ਇਹਨੇ ਸਾਡੇ ਸਮਾਜ ਨੂੰ ਹਿਲਾ ਕੇ ਰੱਖ ਦਿੱਤਾ ਇਸ ਮਹਾਂਮਾਰੀ ਦੇ ਦੂਜੇ ਦੌਰ ਨੇ, ਖਾਸ ਤੌਰ 'ਤੇ
ਕਿ ਮਨੁੱਖੀ ਰਿਸ਼ਤਿਆਂ, ਕਦਰਾਂ ਕੀਮਤਾਂ ਦੀ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਸਾਡੇ ਸਾਹਮਣੇ ਆ ਗਈਆਂ ਨੇ ਕਿ ਜਿਹੜੀਆਂ ਗੁਰਬਾਣੀ ਸਾਨੂੰ ਕਹਿੰਦੀ ਸੀ ਪਰ ਅਸੀਂ ਉਦੋਂ ਨਹੀਂ ਸੀ ਸਮਝਦੇ, ਹੁਣ ਸਾਨੂੰ ਸਮਝ ਆ ਰਹੀ ਹੈ। ਹੁਣ ਵੀ ਬੰਦਾ ਸਮਝ ਆਵੇ ਤਾਂ ਫਿਰ ਵੀ ਮਾਲਕ ਕਹਿੰਦਾ ਹੁੰਦਾ ਵੀ ਅੱਜੇ ਹੀ ਜਦੋਂ ਜਾਗੇ, ਜਦੋਂ ਅੱਖ ਖੁੱਲ੍ਹੇ ਉਦੋਂ ਸਵੇਰਾ, ਜੀ ਜਦੋਂ ਅੱਖ ਖੋਲ੍ਹੇ ਉਦੋਂ ਸਵੇਰਾ, ਜਦੋਂ ਅਕਲ ਆ ਜਾਵੇ ਉਸ ਵੇਲੇ ਮਾਲਕ ਦੇ ਚਰਨਾਂ ਦੇ ਨਾਲ ਜੁੜ ਜਾਣਾ ਚਾਹੀਦਾ। ਅਸੀਂ ਸੰਗਤਾਂ ਨੂੰ ਬੇਨਤੀ ਕਰਾਂਗੇ, ਇਹ ਪੰਜਾਬ ਦੇ ਵੀ ਬਿਮਾਰੀ ਨਹੀਂ ਹੈ, ਭਾਰਤ ਦੇ ਵਿੱਚ ਨਹੀਂ ਹੈ, ਸਾਰੇ ਵਰਲਡ ਦੇ ਵਿੱਚ ਆ। ਜਿੱਥੇ ਵੀ ਗੁਰਸਿੱਖ ਸੰਗਤਾਂ ਸੁਣਦੀਆਂ ਹੋਣ ਜਾਂ ਦੇਖਦੀਆਂ ਹੋਣ, ਉਹਨਾਂ ਨੂੰ ਇਹ ਬੇਨਤੀ ਆ ਕਿ ਚੌਪਈ ਦਾ ਜਾਪ, ਮੂਲ ਮੰਤਰ ਦਾ ਜਾਪ, ਸੁਖਮਨੀ ਸਾਹਿਬ ਜੀ ਦਾ ਜਾਪ, ਸਾਡੀਆਂ ਬੱਚੀਆਂ ਪਿੱਛੇ ਖੜੀਆਂ, ਇਹ ਹਰ ਹਫਤੇ ਸੁਖਮਨੀ ਸਾਹਿਬ ਦਾ ਪਾਠ ਔਰ ਸਵੇਰੇ ਪ੍ਰਾਤः ਕਾਲ ਹਫਤੇ ਵਿੱਚ 3 ਵਾਰ ਇਹ ਸੁਖਮਨੀ ਸਾਹਿਬ ਦਾ ਜਾਪ ਕਰਦੀਆਂ ਔਰ ਇੱਕ ਦਿਨ ਆਪਣੇ ਬਾਬਾ ਜੀ ਦੇ ਸਥਾਨ 'ਤੇ ਕਰਦੀਆਂ। ਤਾਂ ਮੈਂ ਇਹਨਾਂ ਨੂੰ ਵੀ ਬੇਨਤੀ ਕੀਤੀ, ਤੁਸੀਂ ਇੱਥੇ ਹਸਪੀਟਲ 'ਚ ਵੀ ਜਾਪ ਸ਼ੁਰੂ ਕਰੋ ਤਾਂ ਕਿ ਜਿਹੜੇ ਮਰੀਜ਼ ਆਉਣ, ਜੋ ਆਵੇ ਸੋ ਰਾਜੀ ਜਾਵੇ, ਜੋ ਵੀ ਇੱਥੇ ਆਉਣ ਉਹ ਸਾਰੇ ਰਾਜੀ ਹੋ ਕੇ ਜਾਣ ਔਰ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰੀਏ। ਮਹਾਰਾਜ ਕਹਿੰਦੇ ਕਿ ਸੁਣੀ ਅਰਦਾਸ ਦਾਤਾਰ ਪ੍ਰਭ, ਜਿਸ ਵੇਲੇ ਸਾਡੀ ਅਸੀਂ ਅਰਦਾਸ ਕਰਦੇ ਤਾਂ ਸੁਣ ਲੈਂਦਾ, ਅਤੇ ਖਾਸ ਕਰਕੇ ਦੁਖੀਆਂ ਦੀ ਸੁਣ ਲੈਂਦਾ। ਆਪਾਂ ਦੁੱਖ ਦੇ ਵਿੱਚ ਆ ਸਾਰੇ, ਅਤੇ ਦੁੱਖ ਦੇ ਨਾਲ ਨਾਲ ਸਿਮਰਨ ਕਰੀਏ ਤਾਂ ਸਾਡੀ ਆਵਾਜ਼ ਬਹੁਤ ਬੁਲੰਦ ਹੋਏਗੀ। ਅਤੇ ਅਸੀਂ ਉਹਨਾਂ ਦਾਨੀ ਸੱਜਣਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਉਹ ਮਸ਼ੀਨਾਂ ਭੇਜੀਆਂ ਇੰਗਲੈਂਡ ਤੋਂ, ਖਾਸ ਕਰਕੇ ਆਈਆਂ 10 ਮਸ਼ੀਨਾਂ, ਜੋ 15 ਮਸ਼ੀਨਾਂ ਜੋ UK ਉੱਥੇ ਦੇ ਸਾਊਥ ਹਾਲ ਯੋਗਰਾਜ ਜੀ ਅਤੇ ਸਾਰੀ ਕਮੇਟੀ ਵੱਲੋਂ ਸਾਨੂੰ ਦਿੱਤੀਆਂ ਗਈਆਂ ਔਰ ਕੱਲ੍ਹ ਸ਼ਾਮ ਤੱਕ ਉਹ ਇੱਥੇ ਸਾਰੀ ਸੇਵਾ ਵਿੱਚ ਹਾਜ਼ਰ ਹੋ ਜਾਣਗੀਆਂ। ਅੱਜ ਦਿੱਲੀ ਤੋਂ ਚੱਲ ਪਈਆਂ ਅਤੇ ਹੁਣ ਮਸ਼ੀਨਾਂ ਸਾਡੇ ਕੋਲ ਹੈਗੀਆਂ, ਸਾਨੂੰ ਦਰਸ਼ਨ ਕਰਾਵਾਂਗੇ ਮਸ਼ੀਨਾਂ ਕਿਸ ਤਰ੍ਹਾਂ ਦੀਆਂ ਹੈ, ਅਤੇ ਉਹ ਸਾਡੇ ਪਹੁੰਚ ਚੁੱਕੀਆਂ। ਸਾਡੇ ਬਹੁਤ ਹੀ ਪਿਆਰੇ ਰਣਧੀਰ ਸਿੰਘ ਜੀ ਜੋ UK ਦੇ ਵਿੱਚ ਬਹੁਤ ਵਿਸ਼ਾਲ ਸੇਵਾ ਨਿਭਾ ਰਹੇ ਆ ਔਰ ਵਿਸ਼ੇਸ਼ ਕਰਕੇ ਇਸ ਕਾਰਜ ਲਈ ਇੱਥੇ ਵੀ ਸ਼ਾਮਲ ਹੋਏ ਆ। ਇਹਨਾਂ ਸਾਰੇ ਪੰਜਾਬ ਦੇ ਵਿੱਚ ਮਸ਼ੀਨਾਂ ਦਿੱਤੀਆਂ, ਕੋਈ 200 ਦੇ ਕਰੀਬ ਮਸ਼ੀਨਾਂ ਉਹਨਾਂ ਲੋਕਾਂ ਨੂੰ ਪਹੁੰਚਾਈਆਂ, ਪਰ ਗੌਰਮੈਂਟਾਂ ਪਹਿਲਾਂ ਦੇ ਦੀਆਂ ਮਗਰੋਂ ਇਕੱਠੀਆਂ ਕਰ ਲੈਂਦੀਆਂ ਕਿ ਉੱਥੇ ਸਾਨੂੰ ਲੋੜ ਪੈ ਗਈ ਸਾਨੂੰ ਭੇਜੋ, ਪਰ ਜਿੱਥੇ ਭੇਜੀਆਂ ਜਾਂਦੀਆਂ ਉਹਨਾਂ ਨੂੰ ਥੋੜ੍ਹਾ ਸੁੱਖ ਥੋੜ੍ਹਾ ਮਿਲਦਾ ਉਹਨਾਂ ਨੂੰ। ਅਤੇ ਇਸ ਕਰਕੇ ਅਸੀਂ ਸਾਰਿਆਂ ਨੂੰ ਬੇਨਤੀ ਕਰਾਂਗੇ ਵੀ ਜਿੱਥੇ ਦੀ ਕੋਈ ਚੀਜ਼ ਕੋਈ ਦਾਨ ਕਰਦਾ ਉੱਥੇ ਹੀ ਰੱਖੀ ਜਾਵੇ, ਉਹਨਾਂ ਨੂੰ ਸਹੂਲਤ ਹੋਵੇ। ਅਤੇ ਹੁਣ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਸੰਗਤਾਂ ਦਾ ਜਿਨ੍ਹਾਂ ਨੇ ਆਪਣੀਆਂ ਕਿਰਤਕਵਾਈਆਂ ਸਫਲ ਕੀਤੀਆਂ। ਅਸੀਂ ਬੇਨਤੀ ਕਰਾਂਗੇ ਕਿ ਤੁਹਾਡੀ ਜੋ ਕੀਤੀ ਹੋਈ ਦਿੱਤੀ ਹੋਈ ਮਾਇਆ ਉਹ ਅੱਜ ਸਫਲ ਹੋ ਰਹੀ ਆ, ਕਿਉਂਕਿ ਗਰੀਬ ਜੋ ਹੈ, ਸਾਡੇ ਬਾਬਾ ਜੀ ਕੀਰਤਨ ਕਰਦੇ ਹੁੰਦੇ ਸੀ, ਕਹਿੰਦੇ ਵੀ ਰੱਬਾ ਕੈਸੀ ਦਿੱਤੀ ਤਾਂ ਜ਼ਿੰਦਗੀ ਗਰੀਬ ਨੂੰ, ਮਾਰਦਾ ਏ ਧੱਕੇ ਸਾਰਾ ਬੇਨਸੀਬ ਨੂੰ। ਅਤੇ ਸਾਰੇ ਹੀ ਜਿਹੜੇ ਗਰੀਬ ਆ ਉਹਨਾਂ ਵਾਸਤੇ ਤਾਂ ਮੌਤ ਖੜੀ ਆ, ਅਤੇ ਜਿਹੜੇ ਅਮੀਰ ਆ ਮਾੜਾ ਮੋਟਾ ਇੱਧਰ ਉੱਧਰੋਂ ਬਚਾ ਕੇ ਤਾਂ ਆਪਣਾ ਪੈਸਾ ਖਰਚ ਕੇ ਬਚਾ ਲੈਂਦੇ ਆ। ਅਤੇ ਅਸੀਂ ਬਹੁਤ ਪਿਆਰ ਦੇ ਨਾਲ ਔਰ ਬੜੇ ਹੀ ਗੁਰੂ ਮਹਾਰਾਜ ਦੇ ਚਰਨਾਂ 'ਚ ਝੁਕ ਕੇ ਨਮਸਕਾਰ ਕਰਕੇ ਇਹ ਅਰਦਾਸ ਕਰਦੇ ਹਾਂ ਕਿ ਜਿਨ੍ਹਾਂ ਦਾਨੀ ਸੱਜਣਾਂ ਨੇ ਇਸ ਕਾਰਜ ਵਿੱਚ ਸਹਿਯੋਗ ਪਾਇਆ, ਆਪਣੀ ਮਾਇਆ ਸਫਲ ਕੀਤੀ ਆ। ਇਹ ਕਾਰਜ ਹਜੇ ਮੁੱਕ ਨਹੀਂ ਗਿਆ, ਇਹ ਨਾ ਕਹੋ ਹੁਣ ਅਸੀਂ ਦੇ ਦਿੱਤਾ ਅਤੇ ਖਰਿਆ ਪੂਰਾ ਹੋ ਗਿਆ। ਇਹ ਜਦੋਂ ਤੱਕ ਬਿਮਾਰੀ ਜਾਂਦੀ ਨਹੀਂ ਉਦੋਂ ਤੱਕ ਇਹ ਸਾਰਾ ਜਾਰੀ ਰਹੇਗਾ। ਉਸ ਤੋਂ ਬਾਅਦ ਸਾਡੇ ਅੱਖਾਂ ਦੇ ਜੋ ਕੈਂਪ ਚੱਲਦੇ ਆ ਦੂਸਰੇ ਸੰਗਤ ਏਡ ਵੱਲੋਂ, ਸੰਗਤ TV ਵੱਲੋਂ, ਅਤੇ ਉਹਨਾਂ ਨੂੰ ਜੋ ਮਾਇਆ ਦਿੰਦੇ ਉਹ ਵੀ ਤਿਆਰ ਰਹਿਣ, ਕਿਉਂਕਿ ਇੱਥੇ ਹੁਣ ਬਿਮਾਰੀ ਹੈ ਅੱਖਾਂ ਦੀ ਸ਼ੁਰੂ ਹੋ ਗਈ ਆ। ਹੁਣ ਬਲੈਕ ਜਿਹੜੀ ਸਾਨੂੰ ਬਹੁਤ ਪਤਾ ਲੱਗਦਾ ਕਿ ਲੋਕ ਅੰਨੇ ਹੁੰਦੇ ਜਾ ਰਹੇ ਆ, ਉਹਨਾਂ ਨੂੰ ਦਿਸ ਨਹੀਂ ਰਿਹਾ, ਐਸੀ ਬਿਮਾਰੀ ਆ ਰਹੀ ਆ। ਅਤੇ ਇਸ ਕਰਕੇ ਆਪਾਂ ਸਾਰੀ ਤਰ੍ਹਾਂ ਸਾਵਧਾਨ ਰਹਿਣਾ ਔਰ ਦਾਨੀ ਸੱਜਣ ਤਿਆਰ ਰਹਿਣ ਅਤੇ ਆਪਾਂ ਉਹਨਾਂ ਲੋਕਾਂ ਦੀ ਮਦਦ ਕਰੀਏ ਜਿਹੜੇ ਵਿਚਾਰੇ ਆਪਣੇ ਇਹਨਾਂ ਬਿਮਾਰੀਆਂ ਕਰਕੇ ਗਰਸੇ ਆ। ਔਰ ਬਹੁਤ ਤੁਸੀਂ ਰੋਜ਼ ਦੇਖੋ ਮੀਡੀਆ ਵਿੱਚ ਕਿਸ ਤਰ੍ਹਾਂ ਕੀ ਹਾਲਾਤ ਹੋ ਰਹੇ ਗਰੀਬ ਦੇ। ਤਾਂ ਇਸ ਕਰਕੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਬੇਨਤੀ ਕਰਦਾ ਜਿਨ੍ਹਾਂ ਨੇ ਸਾਨੂੰ ਐਡੀ ਵੱਡੀ ਬਹੁਤ ਸਾਨੂੰ ਉਮੀਦ ਨਹੀਂ ਸੀ ਕਿ ਸਾਨੂੰ ਇੰਨੀ ਦਾਨੀ ਸੱਜਣ ਔਰ ਇਹ ਸੰਗਤਾਂ ਜੋ ਜਥੇਬੰਦੀਆਂ ਜਿਤਨੀਆਂ ਵੀ ਹੈ ਸਾਨੂੰ ਹੌਸਲਾ ਦੇਣਗੀਆਂ। ਅਤੇ ਅੱਜ ਮਾਲਕ ਦੀ ਕਿਰਪਾ ਦੇ ਨਾਲ ਸਾਡੇ ਇਲਾਕੇ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ, ਕਿਉਂਕਿ ਜਿਸ ਵੇਲੇ ਉਹ ਸੁਣਦੇ ਆ ਅਤੇ ਸਾਰਿਆਂ ਨੇ ਅਸੀਂ ਕੱਲ੍ਹ ਪਰਸੋਂ ਦੇ ਇਸੇ ਕੰਮ ਵਿੱਚ ਲੱਗੇ ਹੋਏ ਹਾਂ ਕਿ ਸਾਨੂੰ ਸਾਰੇ ਇੱਥੇ ਆ ਕੇ ਦੱਸਦੇ ਵੀ ਕਦੋਂ ਆਈਏ ਜੀ, ਕਦੋਂ ਆਈਏ। ਅਸੀਂ ਸਾਰਿਆਂ ਨੂੰ ਟਾਈਮ ਦੇ ਰਹੇ ਹਾਂ ਕਿ ਇੱਕ ਵਾਰੀ ਸਾਰੇ ਆ ਗਏ ਤਾਂ ਮੁਸ਼ਕਿਲ ਹੋ ਜਾਏਗਾ। ਅਸੀਂ ਉਹਨਾਂ ਨੂੰ ਟਾਈਮ ਦੇ ਰਹੇ ਹਾਂ, ਜਿੰਨਾ ਸਾਡੇ ਕੋਲ ਬੈੱਡ ਆ, ਕੋਈ 20 ਦੇ ਕਰੀਬ ਸਾਡੇ ਕੋਲ ਬੈੱਡ ਲੱਗੇ ਹੋਏ ਆ ਔਰ 20 ਦੂਸਰੇ ਮਸ਼ੀਨਾਂ ਵਾਸਤੇ ਆ ਔਰ 25-35 ਮਤਲਬ 45 ਦੇ ਕਰੀਬ ਸਾਡੇ ਕੋਲ ਇਸ ਵੇਲੇ ਅਰੇਂਜਮੈਂਟ ਹੈ। ਅਤੇ ਅਸੀਂ ਜਿੰਨਾ ਵੀ ਹੋ ਸਕੇ ਸਤਿ ਸ੍ਰੀ ਅਕਾਲ ਅਤੇ 45 ਤੋਂ 50 ਤੱਕ ਅਸੀਂ ਇੱਕ ਟਾਈਮ 'ਚ ਅਸੀਂ ਸਾਰੇ ਮਰੀਜ਼ਾਂ ਨੂੰ ਉਹ ਦਵਾਈ ਵਗੈਰਾ ਦੇ ਕੇ ਮਸ਼ੀਨਾਂ ਦੁਆਰਾ ਲਗਾ ਕੇ ਸਾਰਾ ਕੁਝ ਕਰਕੇ ਅਤੇ ਉਹਨਾਂ ਨੂੰ ਘਰ ਭੇਜ ਸਕਦੇ ਹਾਂ। ਅਤੇ 24 ਘੰਟੇ ਸਾਡੇ ਕੋਲ ਟੀਮ ਹਾਜ਼ਰ ਆ, ਇਹ ਬੱਚੇ ਹਾਜ਼ਰ ਆ, ਨੌਜਵਾਨ ਬੱਚੇ ਸਾਰੇ ਇਹ ਹਾਜ਼ਰ ਆ ਇਲਾਕੇ ਦੇ, ਅਤੇ ਭੈਣਾਂ ਹਾਜ਼ਰ ਆ। ਅਸੀਂ ਕਿਉਂਕਿ ਸਾਡੇ ਕੋਲ ਭੈਣਾਂ ਆਈਆਂ ਸੀ ਆਸ਼ਾ ਵਰਕਰ ਜਿਹਨਾਂ ਨੂੰ ਕਰੋਨਾ ਹੋ ਜਾਂਦਾ, ਉਹਨਾਂ ਨੂੰ ਕੋਈ ਚੁੱਕਦਾ ਨਹੀਂ, ਉਹਨਾਂ ਨੂੰ ਸੰਭਾਲਦਾ ਨਹੀਂ, ਅਤੇ ਭੈਣਾਂ ਆਪਣੀ ਜਾਨ ਤਲੀ 'ਤੇ ਰੱਖ ਕੇ ਉਹਨਾਂ ਮਰੀਜ਼ਾਂ ਨੂੰ ਹਿੱਕ ਦੇ ਨਾਲ ਆਪਣੇ ਸੀਨੇ ਨਾਲ ਲਾ ਕੇ ਲੈ ਕੇ ਜਾਂਦੀਆਂ। ਅਤੇ ਅਸੀਂ ਉਹਨਾਂ ਦਾ ਵੀ ਸਨਮਾਨ ਕੀਤਾ ਸੀ ਵੀ ਤੁਸੀਂ ਵੀ ਧੰਨ ਆ, ਤੁਸੀਂ ਦੇਵੀਆਂ ਆ, ਤੁਸੀਂ ਇਹਨਾਂ ਦੇ ਪ੍ਰਾਣ ਬਚਾਉਣ ਵਾਸਤੇ ਆਈਆਂ।
ਤੇ ਤੁਹਾਡੀ ਧੰਨ ਕਮਾਈ ਆ। ਅਸੀਂ ਉਹਨਾਂ ਦਾ ਥੋੜ੍ਹਾ ਬਹੁਤਾ ਸਨਮਾਨ ਕਰਕੇ ਉਹਨਾਂ ਨੂੰ ਨਮਸਕਾਰ ਕੀਤੀ ਕਿ ਤੁਹਾਡੇ ਜੀਵਨ ਜੋ ਹੈ ਬਹੁਤ ਕੀਮਤੀ ਆ, ਤੇ ਇਸ ਕਰਕੇ ਅਸੀਂ ਤੁਹਾਡਾ ਸਨਮਾਨ ਕਰਦੇ ਹਾਂ। ਤੇ ਉਹਨਾਂ ਵਿੱਚੋਂ ਭੈਣਾਂ ਸਾਡੇ ਕੋਲ ਆਈਆਂ ਆ ਤੇ ਅੱਜ ਉਹ ਸੇਵਾ ਵਿੱਚ ਹਾਜ਼ਰ ਆ ਕਿ ਅਸੀਂ ਵੀ ਇੱਥੇ 24 ਘੰਟੇ ਤੁਹਾਡੀ ਸੇਵਾ ਨਿਭਾਵਾਂਗੀਆਂ। ਤੋ ਸਾਰਿਆਂ ਦੇ ਜਿੱਥੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ, ਉੱਥੇ ਸਾਰੇ ਸਟਾਫ ਦਾ, ਸਾਰੇ ਮਹਾਂਪੁਰਸ਼ਾਂ ਦਾ, ਸੰਤ ਬਾਬਾ ਜੀ ਜਗੀਰ ਸਿੰਘ ਜੀ, ਇਹ ਵੀ ਆਪਣੇ ਸਾਰੇ ਇਹਨਾਂ ਦੇ ਬੜਾ ਉਪਰਾਲਾ ਆ ਤੇ ਬੜੇ ਹੀ ਦੇਣ ਆ। ਸਾਰੇ ਸੰਗਤ ਇਹਨਾਂ ਦੇ ਨਾਲ ਜੁੜ ਕੇ ਜਿਤਨੇ ਵੀ ਜਿਹੜੇ ਸਾਰੇ ਇੱਥੇ ਲੈ ਕੇ ਆਏ ਆ, ਹਰਿਆਣੇ ਤੋਂ ਬੱਚੇ ਆਏ ਆ ਤੇ ਸਾਰੇ ਹੀ ਇੱਥੇ ਸੇਵਾ ਨਿਭਾ ਰਹੇ ਆ। ਸਾਰੇ ਪੰਜਾਬ ਭਰ ਤੋਂ ਨਹੀਂ, ਹਰਿਆਣੇ ਤੋਂ ਵੀ, ਬਾਹਰਲੀਆਂ ਪ੍ਰਾਂਤਾਂ ਤੋਂ ਵੀ ਆ ਕੇ ਸੇਵਾ ਨਿਭਾਉਂਦੇ ਆ। ਤੇ ਅਸੀਂ ਸਾਰੀਆਂ ਸੰਗਤਾਂ ਦਾ ਫਿਰ ਧੰਨਵਾਦ ਕਰਦੇ ਹੋਏ ਸੰਗਤ ਟੀਵੀ ਔਰ ਸੰਗਤ ਏਡ, ਬਾਬੇ ਜੋੜੇ ਟੀਵੀ ਔਰ ਹੋਰ ਸਾਰੇ ਜਿਤਨੇ ਵੀ ਆਏ ਆ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਤੇ ਇੱਕ ਮਿੰਟ ਬਾਬਾ ਜੀ ਸਾਡੇ ਕਾਰ ਸੇਵਾ ਵਾਲੇ, ਮਹਾਰਾਜ ਨਾਮ ਮੈਨੂੰ ਬਾਬਾ ਅਜੀਤ ਸਿੰਘ ਜੀ ਆਪਣੇ ਗੁਰਚਰਨ ਕਮਲ ਸੁਖਚੈਨ ਸਾਹਿਬ ਫਗਵਾੜਾ ਤੋਂ ਬਾਬਾ ਜੀ ਵਿਸ਼ੇਸ਼ ਕਰਕੇ ਆਏ ਆ ਤੇ ਉਹ ਕਹਿੰਦੇ ਅਸੀਂ ਵੀ ਸੇਵਾ ਨਿਭਾਉਣੀ ਇੱਥੇ, ਇਹਨਾਂ ਦੀ ਅਸੀਂ ਸੇਵਾ 'ਚ ਹਾਜ਼ਰ ਰਹਿਣਾ, ਸਾਨੂੰ ਸੇਵਾ ਦੱਸੋ। ਤੇ ਉਹਨਾਂ ਦਾ ਆਸ਼ੀਰਵਾਦ ਹੀ ਬਹੁਤ ਆ, ਪਰ ਉਹ ਵੀ ਸਾਡੇ ਵਿੱਚ ਆਏ ਆ ਤੇ ਭੈਣਾਂ ਆਰਕੀਟੈਕਟ ਉਹ ਵੀ ਹਾਜ਼ਰ ਆ ਸਾਡੇ ਸੇਵਾ ਵਿੱਚ, ਤੇ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਵੀ 2 ਸ਼ਬਦ ਸੰਗਤਾਂ ਤੱਕ ਪਹੁੰਚਾਉਣ। ਸੋ ਬਿਲਕੁਲ ਬਹੁਤ ਵੱਡੀ ਸੇਵਾ ਤੇ ਮੈਂ ਧੰਨ ਨੇ ਉਹ ਸਾਰੇ ਭੈਣਾਂ ਭਰਾ ਜਿੰਨੇ ਡਾਕਟਰ ਸਾਹਿਬ ਜਿਹੜੇ ਆਪਣੀ ਸੇਵਾ ਪੇਸ਼ ਕਰਦੇ ਪਏ। ਨਹੀਂ ਤੇ ਇਸ ਵੇਲੇ ਜਾਂ ਤਾਂ ਬਹੁਤ ਵੱਡੇ ਪੈਕੇਜਾਂ ਦੇ ਚੱਕਰ 'ਚ ਦੁਨੀਆ ਦੌੜੀ ਫਿਰਦੀ ਹੈ ਤੇ ਜਾਂ ਫਿਰ ਵੈਸੇ ਡਰ ਚੁੱਕੀ ਹੈ। ਸੋ ਭੈਣ ਜੀ ਸਾਡੇ ਨਾਲ ਸੁਦੇਸ਼ ਕੁਮਾਰੀ ਜੀ, ਭੈਣ ਜੀ ਕੀ ਇਸ ਵੇਲੇ ਤੁਸੀਂ ਕਹਿਣਾ ਚਾਹੋਗੇ ਜੋ ਇਹ ਸੇਵਾ ਸ਼ੁਰੂ ਹੋਈ ਹੈ? ਬਹੁਤ ਹੀ ਧੰਨਵਾਦ ਸੰਤ ਬਾਬਾ ਨਿਰਮਲ ਦਾਸ ਜੀ ਮਹਾਰਾਜ ਦਾ, ਜਿਨ੍ਹਾਂ ਨੇ ਆਪਣੇ ਗੁਰੂਦੇਵ ਮਹਾਰਾਜ ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹਸਪੀਟਲ ਡੇਰਾ ਸੰਤ ਪ੍ਰੀਤਮ ਦਾਸ ਬਾਬੇ ਜੋੜੇ ਜੀ ਵੱਲੋਂ ਬੜਾ ਖੂਬਸੂਰਤ 98 'ਚ ਤਿਆਰ ਕੀਤਾ ਸੀ। ਅੱਜ ਉਹ ਲਗਾਤਾਰ 2000 ਤੋਂ ਲੈ ਕੇ ਸੇਵਾਵਾਂ ਨਿਭਾ ਰਹੇ, ਜਿੱਥੇ ਅੱਖਾਂ ਦੇ 5 ਤੋਂ 6 ਕੈਂਪ ਲੱਗਦੇ ਨੇ ਸਾਲ ਦੇ, ਕਿਉਂਕਿ ਅੱਖਾਂ ਦਾ ਦਾਨ ਬਹੁਤ ਵੱਡਾ ਦਾਨ ਆ, ਜਿਹਦੇ ਨਾਲ ਸੰਗਤ ਏਟ ਬੜਾ ਸ਼ੁਰੂ ਤੋਂ ਜੁੜੇ ਹੋਏ ਨੇ। ਸਰਦਾਰ ਅਜੀਤ ਸਿੰਘ ਜੀ USA ਤੋਂ, ਬਾਬਾ ਮਹਿੰਦਰ ਸਿੰਘ ਜੀ ਔਰ UK ਤੋਂ, ਔਰ ਸਰਦਾਰ ਸੁੱਚਾ ਸਿੰਘ ਜੀ ਬੇਗਲ, ਉਹਨਾਂ ਦੀ ਸਹਾਇਤਾ ਦੇ ਨਾਲ ਇਹ ਬਹੁਤ ਵੱਡਾ ਪਰਉਪਕਾਰ ਦਾ ਕੰਮ ਕੀਤਾ ਜਾ ਰਿਹਾ ਸੀ। ਔਰ ਹੁਣ ਕੋਵਿਡ-19 ਚੱਲਦਾ ਸੀ, ਜਿਹਦੇ ਵਿੱਚ ਇਸ ਵਾਰੀ ਜੋ ਹੁਣ ਲੋਕਡਾਊਨ ਹੋਇਆ, ਇਹ ਸਭ ਤੋਂ ਜ਼ਿਆਦਾ ਜਿਹੜੀਆਂ ਡੈਥਸ ਹੋਈਆਂ ਡਿਊ ਟੂ ਦੀ ਡੈਫੀਸ਼ੀਐਂਸੀ ਆਫ ਆਕਸੀਜਨ ਦੀ ਘਾਟ ਦੇ ਨਾਲ ਜ਼ਿਆਦਾ ਮੌਤਾਂ ਹੋਈਆਂ ਨੇ। ਜਿਹਨੂੰ ਦੇਖਦਿਆਂ ਮੀਟਿੰਗ ਕਰਕੇ ਬਾਬਾ ਜੀ ਨੇ ਬੜਾ ਵੱਡਾ ਇੱਕ ਸੋਚ, ਇੱਕ ਉਪਰਾਲਾ ਕੀਤਾ ਕਿ ਆਪਾਂ ਕਿਉਂ ਨਾ ਆਕਸੀਜਨ ਪਲਾਂਟ, ਸਾਡੇ ਕੋਲ ਲੱਗਾ ਹੀ ਸੀ ਆਲਰੇਡੀ ਬਹੁਤ ਵੱਡਾ ਪਲਾਂਟ ਹਸਪੀਟਲ ਵਿੱਚ, ਉਹਨੂੰ ਰੀਸਟਾਰਟ ਹੀ ਕਰਨਾ ਸੀ। ਤਾਂ ਬਾਬਾ ਜੀ ਨੇ ਮੀਟਿੰਗ ਕੀਤੀ, ਡਾਕਟਰਸ ਨਾਲ ਮੀਟਿੰਗ ਕੀਤੀ, ਡਾਕਟਰ ਆਪਣੀ ਟਰਸਟ ਨਾਲ, ਸੁਸਾਇਟੀ ਨਾਲ ਮੀਟਿੰਗ ਕੀਤੀ, ਤਾਂ ਸਾਰਿਆਂ ਨੇ ਬੜਾ ਵੱਡਾ ਪੋਜ਼ਿਟਿਵ ਰਿਸਪੌਂਸ ਦਿੱਤਾ। ਔਰ ਜਿਸ ਤਰ੍ਹਾਂ ਹੀ ਉਸ ਤਰ੍ਹਾਂ ਸਾਊਥ ਵਾਲੀ UK ਸਭਾ, ਸ਼੍ਰੀ ਗੁਰਦਾਸ UK ਸਭਾ, ਉਹਨਾਂ ਨੇ ਫੋਨ ਕੀਤਾ ਕਿ ਬਾਬਾ ਜੀ ਤੁਸੀਂ ਕਰੋ, ਅਸੀਂ ਤੁਹਾਡੇ ਨਾਲ ਆ। ਤੇ ਸਰਦਾਰ ਜੀਤ ਸਿੰਘ ਜੀ ਨਾਲ ਗੱਲ ਹੋਈ ਸੰਗਤ ਏਡਲ, ਉਹ ਵੀ ਕਹਿੰਦੇ ਸੀ ਬਾਬਾ ਜੀ ਤੁਹਾਨੂੰ ਪੂਰੀ ਹੈਲਪ ਕਰਾਂਗੇ, ਤੁਸੀਂ ਸਟਾਰਟ ਕਰੋ। ਤਾਂ ਬਹੁਤ ਵੱਡਾ ਉਪਰਾਲਾ ਹੈ, ਕਿਉਂਕਿ ਆਕਸੀਜਨ ਦੀ ਘਾਟ ਦੇ ਨਾਲ ਜਦੋਂ ਕਿਸੇ ਦੀ ਮੌਤ ਹੁੰਦੀ ਤੇ ਦੇਖਿਆ ਨਹੀਂ ਜਾਂਦਾ। ਤੜਫਦੇ ਲੋਕਾਂ ਨੂੰ ਜਦੋਂ ਸਾਡੇ ਸਾਹਮਣੇ, ਅਸੀਂ ਅੱਖਾਂ ਦੇ ਸਾਹਮਣੇ ਦੇਖਿਆ, ਸਾਡੇ ਬਹੁਤ ਹੀ ਸਤਿਕਾਰ ਡਾਕਟਰ RL ਗੁਪਤਾ ਜੀ, ਜਿਹੜੇ 2000 ਤੋਂ ਲੈ ਕੇ ਇੱਥੇ ਅੱਖਾਂ ਦੇ ਕੈਂਪ ਲਾਉਂਦੇ ਸਨ, ਉਹਨਾਂ ਦੀ ਵੀ ਜਿਹੜੀ ਡੈਥ ਇਸੇ ਕਰਕੇ ਹੋਈ ਕਿ ਉਹਨੂੰ ਆਕਸੀਜਨ ਦੀ ਡੈਫੀਸ਼ੀਐਂਸੀ ਹੋ ਗਈ ਔਰ ਬੜਾ ਦੁੱਖ ਲੱਗਿਆ। ਤਾਂ ਉਸ ਦਿਨ ਤੋਂ ਬਾਬਾ ਜੀ ਨੇ ਫਿਰ ਉਪਰਾਲਾ ਇਹ ਕੀਤਾ। ਤਾਂ ਅੱਜ ਜੋ ਕੌਨਸਨਟ੍ਰੇਟਰ ਮਸ਼ੀਨਾਂ ਆ ਭਾਈ ਰਣਧੀਰ ਸਿੰਘ ਜੀ ਲੈ ਕੇ ਆਏ ਨੇ, ਔਰ ਦਿੱਲੀ ਤੋਂ ਵੀ ਆ ਰਹੀਆਂ ਨੇ, 15 ਮਸ਼ੀਨਾਂ ਆ ਰਹੀਆਂ ਨੇ, ਚੱਲ ਪਈਆਂ ਨੇ। UK ਤੋਂ ਉਹਨਾਂ ਨੇ ਭੇਜੀਆਂ ਤੇ ਦਿੱਲੀ ਪਹੁੰਚੀਆਂ, ਤੇ ਦਿੱਲੀੋਂ ਹੁਣ ਇੱਥੇ ਵਾਸਤੇ ਚੱਲ ਪਈਆਂ ਨੇ, ਉਹ ਵੀ ਸ਼ਾਮ ਤੱਕ ਪਹੁੰਚ ਜਾਣਗੀਆਂ। ਤਾਂ 25 ਸਿਲੰਡਰ ਆਪਣੇ ਨੇ ਆਕਸੀਜਨ ਪਲਾਂਟ ਦਾ, ਕੌਨਸਨਟ੍ਰੇਟਰ ਵੱਡਾ ਆਪਣੇ ਕੋਲ ਲੱਗਾ ਹੋਇਆ ਜਿਹੜਾ ਆਕਸੀਜਨ ਤਿਆਰ ਕਰਦਾ ਆ। ਤਾਂ ਇਹ ਬਹੁਤ ਵੱਡਾ ਉਪਰਾਲਾ ਹੈ, ਕਿਉਂਕਿ ਜਿਹੜੀ ਆਕਸੀਜਨ ਦੀ ਘਾਟ ਦੇ ਨਾਲ ਕਿਸੇ ਦੀ ਜਾਨ ਜਾ ਰਹੀ ਹੈ ਤਾਂ ਉਹ ਦੇਖੀ ਨਹੀਂ ਜਾਂਦੀ। ਤਾਂ ਮੈਂ ਸਮਝਦੀ ਹਾਂ ਬਹੁਤ ਵੱਡਾ ਏਰੀਆ ਦੀ ਸੰਗਤਾਂ ਨੂੰ ਇਹਦਾ ਲਾਭ ਉਠਾਉਣਾ ਚਾਹੀਦਾ ਹੈ। ਤਾਂ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਮਨਦੀਪ ਸਿੰਘ ਜੀ MD ਨੇ, ਡਾਕਟਰ ਬਲਦੇਵ ਰਾਜ ਜੀ, ਡਾਕਟਰ ਦਰਸ਼ਨ ਸਿੰਘ ਜੀ, ਡਾਕਟਰ ਮਨਜੀਤ ਜੀ ਔਰ ਪੂਰਾ ਸਟਾਫ, ਸਾਡੇ ਸਤਿਕਾਰਯੋਗ ਕਰਮਪਾਲ ਢਿੱਲੋਂ ਜੀ, ਸੰਤ ਜਗੀਰ ਸਿੰਘ ਜੀ, ਸੰਤ ਸ਼੍ਰੀਲਾ ਜੀ ਮਹਾਰਾਜ ਔਰ ਬਾਬਾ ਜੀ ਅਜੀਤ ਸਿੰਘ ਜੀ ਸੁਖਚੈਨ ਚੰਦ ਗੁਰਦੁਆਰਾ ਸਾਹਿਬ ਤੋਂ ਕਹਿੰਦੇ ਮੈਂ ਪੂਰੀ ਸੇਵਾ ਕਰਨੀ, ਇੱਥੇ ਰਹਿਣਾ। ਤਾਂ ਸਰਪੰਚ ਸਾਹਿਬ ਨੇ ਆਪਣੇ ਵਿਜੇ ਨੰਗਲ ਜੀ ਨੰਗਲ ਤੋਂ, ਇਹ ਵੀ ਕਹਿੰਦੇ ਅਸੀਂ ਇੱਥੇ ਬਾਬਾ ਜੀ ਸੇਵਾ 'ਚ ਰਹਿਣਾ। ਤਾਂ ਤੁਸੀਂ ਦੇਖਿਆ, ਬਾਬੇ ਤੋਂ ਪੁੱਛਿਆ, ਹਰਿਆਣੇ ਤੋਂ ਵੀ ਸੰਗਤ ਆਈ ਆ, ਕਿਉਂਕਿ ਜਿਹੜੀ ਮਾਨਵਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਆ। ਕਿਉਂ ਇਹ ਜਿਹੜਾ ਸੇਵਾ ਕਰਕੇ ਸਾਨੂੰ ਸਕੂਨ ਮਿਲਦਾ ਤੇ ਉਹ ਕਿਸੇ ਕੰਮ 'ਚ ਵੀ ਨਹੀਂ ਮਿਲਦਾ। ਤਾਂ ਸਾਰੀਆਂ ਸੰਗਤਾਂ ਇਸ ਟਾਈਮ ਤਤਪਰ ਨੇ। ਤਾਂ ਮੈਂ ਭਾਈ ਗੁਰਪ੍ਰੀਤ ਸਿੰਘ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਹੜੇ ਇੱਥੇ ਪਹੁੰਚੇ ਨੇ। ਤੇ ਔਰ ਇਹ ਗੱਲ ਜਿਹੜੀ ਸੰਗਤ ਤੱਕ ਜਾਏਗੀ, ਜਿਹਨੂੰ ਫਾਇਦਾ
ਲੈਣ ਦੀ ਜ਼ਰੂਰਤ ਹੈ, ਜਿਹਨੂੰ ਆਕਸੀਜਨ ਦੀ ਕਮੀ ਉਹ ਆਪਣੀ ਆਕਸੀਜਨ ਇੱਥੇ ਆ ਕੇ ਵੀ ਲਵਾ ਸਕਦਾ ਤੇ ਕਿਸੇ ਨੂੰ ਕਨਸੈਂਟਰੇਟਰ ਮਸ਼ੀਨ ਘਰ ਚਾਹੀਦੀ ਆ ਤਾਂ ਬਾਬਾ ਜੀ ਨੇ ਇਹ ਵੀ ਉਪਰਾਲਾ ਕੀਤਾ ਕਿ ਉਹ ਘਰ ਵੀ ਲਿਜਾ ਸਕਦੇ ਨੇ। ਜਦੋਂ ਉਹਨਾਂ ਦੀ ਆਕਸੀਜਨ ਪੂਰੀ ਹੋ ਜਾਏ ਤਾਂ ਉਹ ਮਸ਼ੀਨ ਸਾਨੂੰ ਵਾਪਸ ਕਰਨਗੇ, ਕਿਸੇ ਹੋਰ ਦੀ ਜਾਨ ਬਚ ਜਾਏਗੀ। ਤਾਂ ਮੈਂ ਬਹੁਤ ਬਹੁਤ ਬਾਬਾ ਜੀ ਨੂੰ ਕੋਟਨ ਕੋਟਨ ਪ੍ਰਣਾਮ ਕਰਦੀ ਹਾਂ ਔਰ ਸੰਗਤ ਟੀਵੀ, ਬਾਬੇ ਜੋੜੇ ਟੀਵੀ ਔਰ ਏਕਤਾ ਟੀਵੀ ਸਾਰੇ ਪਹੁੰਚੇ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤਾਂ ਜੋ ਬਾਬਾ ਜੀ ਇਹ ਵੀ ਬਹੁਤ ਸਤਿਕਾਰਯੋਗ ਬਾਬਾ ਜੀ ਹੈ ਕਿਉਂਕਿ ਇਹ ਬੜੀ ਵੱਡੀ ਸੇਵਾ ਕਰਦੇ ਨੇ, ਨਿਸ਼ਕਾਮ ਸੇਵਾ। ਤਾਂ ਬਾਬਾ ਜੀ ਨਾਲ ਜੁੜ ਕੇ ਕਹਿੰਦੇ ਅਸੀਂ ਵੀ ਤੁਹਾਡੇ ਨਾਲ ਹੀ ਜਿੱਦਾਂ ਤੁਸੀਂ ਸੇਵਾ ਕਰੋਗੇ ਨਾਲ ਕਰਨੀ ਆ। ਤਾਂ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਆਓ ਸਾਰੇ ਰਲ ਕੇ ਆਪਾਂ ਜੋ ਬਾਬਾ ਜੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਤਾਂ ਇਹਦਾ ਉਪਰਾਲੇ ਦਾ ਆਪਾਂ ਫਾਇਦਾ ਉਠਾਈਏ ਤਾਂ ਜੋ ਕਿਸੇ ਦੀ ਜਿਹੜੀ ਆ ਜਾਨ ਬਚ ਸਕੇ। ਜੈ ਗੁਰਦੇਵ, ਧੰਨ ਗੁਰਦੇਵ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਇਹ ਸੇਵਾਵਾਂ ਜਿਹੜੀਆਂ ਨੇ ਬੜੇ ਵਧੀਆ ਢੰਗ ਦੇ ਨਾਲ ਇਸ ਦੀ ਸ਼ੁਰੂਆਤ ਹੋ ਰਹੀ ਹੈ। ਹਾਂਜੀ, ਸਰਪੰਚ ਸਾਹਿਬ ਸਾਡੇ ਨਾਲ ਖੜੇ ਨੇ, 2 ਲਫ਼ਜ਼ ਇਹਨਾਂ ਤੋਂ ਸ਼ੁਰੂ ਕਰਦੇ। ऐसा चाहूँ राज में जहाँ मिले सबन को अन्न, ਛੋਟ ਬੜੇ ਸਭ ਸਮ ਵਸੈ ਰਵਿਦਾਸ ਰਹੇ ਪ੍ਰਸੰਨ। ਉਹਨਾਂ ਮਹਾਂਪੁਰਸ਼ਾਂ ਦੀ ਦੇਣ ਧੰਨ ਧੰਨ ਸੰਤ ਬਾਬਾ ਨਿਰਮਲ ਦਾਸ ਜੀ, ਬਾਬੇ ਜੋੜੇ ਰਾਏਪੁਰ ਸੂਲਪੁਰ ਵੱਲੋਂ ਜੋ ਅੱਜ ਉਪਰਾਲਾ ਕੀਤਾ ਗਿਆ ਆ, ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ। ਸਾਰੇ ਮੀਡੀਆ ਦਾ, ਸਾਰੇ ਯੂਕੇ ਦੇਸ਼ ਵਿਦੇਸ਼ ਸੰਗਤਾਂ, ਡਾਕਟਰ ਸਾਹਿਬ ਔਰ ਜਿੰਨੇ ਵੀ ਮੇਰੀਆਂ ਬੀਬੀਆਂ ਭੈਣਾਂ ਆਸ਼ਾ ਵਰਕਰ ਨੇ ਔਰ ਸਾਡੇ ਸਰਦਾਰ ਸਾਹਿਬ ਨੇ, ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਇਹ ਇੱਕ ਬਹੁਤ ਵੱਡਾ ਉਪਰਾਲਾ ਆ ਜੋ ਸੰਤ ਮਹਾਂਪੁਰਸ਼ ਕਰ ਰਹੇ ਨੇ। ਜਿਵੇਂ ਅਸੀਂ ਆਮ ਸੋਸ਼ਲ ਮੀਡੀਆ ਤੇ ਜਾਂ ਆਮ ਅਖਬਾਰਾਂ, ਟੈਲੀਵਿਜ਼ਨ ਚੈਨਲਾਂ ਤੇ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਕੋਵਿਡ-19 ਦੇ ਵਿੱਚ ਆਕਸੀਜਨ ਨਾ ਮਿਲਣ ਕਰਕੇ ਜੋ ਪੇਸ਼ੈਂਟ ਆ ਉਹ ਦਿਨੋਂ ਰਾਤ ਮਰ ਰਹੇ ਆ, ਉਹਨਾਂ ਦੀ ਜੋ ਸੇਵਾ ਨੂੰ ਮੁੱਖ ਰੱਖਦਿਆਂ ਹੋਇਆ ਬਾਬਾ ਜੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਦੇਸ਼ ਵਿਦੇਸ਼ ਸੰਗਤਾਂ ਦੇ ਨਾਲ। ਇਹ ਬਹੁਤ ਇੱਥੇ ਅੱਜ ਲੋੜ ਸੀਗੀ ਇਸ ਚੀਜ਼ ਦੀ। ਸੋ ਬਾਬਾ ਜੀ ਪਹਿਲਾਂ ਵੀ ਨਿਰੰਤਰ ਸੇਵਾ ਕਰਦੇ ਨੇ, ਜਿਸ ਤਰ੍ਹਾਂ ਭੈਣ ਜੀ ਹੁਣੀ ਦੱਸਿਆ ਕਿ 5 ਤੋਂ 6 ਸਾਲ ਦੇ ਕੈਂਪ ਲੱਗ ਰਹੇ ਅੱਖਾਂ ਦੇ, ਵੀ ਬਹੁਤ ਵੱਡਾ ਉਪਰਾਲਾ ਆ। ਮੈਨੂੰ ਯਾਦ ਹੈ ਕੋਵਿਡ-19 ਦੇ ਵਿੱਚ ਜਦੋਂ ਦੁਨੀਆ ਤਰਾਹ ਕਰ ਰਹੀ ਸੀ, ਰਾਸ਼ਨ ਨਹੀਂ ਮਿਲ ਰਿਹਾ ਸੀ, ਬਾਬਾ ਜੀ ਮੇਰੇ ਪਿੰਡ ਵੀ ਨੰਗਲ ਸਲੇਮ ਪਰ ਆਇਆ ਔਰ ਇਹਨਾਂ ਨੇ ਬਹੁਤ ਜ਼ਿਆਦਾ ਰਾਸ਼ਨ ਵੰਡੇ। ਇਕੱਲੇ ਮੇਰੇ ਪਿੰਡ ਨਹੀਂ, ਹੋਰ ਵੀ ਜਿੰਨੇ ਵੀ ਪਿੰਡ ਨੇ ਉਹਨਾਂ ਦੇ ਵਿੱਚ ਵੀ, ਔਰ ਬਾਬਾ ਜੀ ਹੋਰ ਵੀ ਬਹੁਤ ਵੱਡੀਆਂ ਸੇਵਾਵਾਂ ਕਰ ਰਹੇ ਨੇ। ਸੋ ਮੈਂ ਸਾਰੀ ਸੰਗਤ ਦਾ, ਬਾਬਾ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਔਰ ਰਹੀ ਗੱਲ ਸੇਵਾ ਦੀ, ਬਾਬਾ ਜੀ ਨੂੰ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਕਿ ਜਦੋਂ ਵੀ ਸਾਡੀ ਲੋੜ ਹੋਵੇ ਬੱਚਿਆਂ ਦੀ, ਜਿਵੇਂ ਬਾਬਾ ਹਰਜੀਤ ਸਿੰਘ ਜੀ ਸੁਖਚੈਨਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਆਏ ਨੇ ਮੇਰੇ ਨਾਲ, ਹੋਰ ਵੀ ਸੰਗਤਾਂ ਆਈਆਂ ਨੇ ਰੰਧਾਵਾ ਮਸੰਦਾ ਤੋਂ, ਔਰ ਅਸੀਂ ਇਹਨਾਂ ਦੇ ਨਾਲ ਜੁੜ ਕੇ ਸੇਵਾ ਕਰਾਂਗੇ ਔਰ ਸਾਨੂੰ ਇਹ ਬਾਬਾ ਜੀ ਸ਼ਕਤੀ ਦੇਣ ਕਿ ਅਸੀਂ ਮਰੀਜ਼ਾਂ ਦੀ ਸੇਵਾ ਕਰ ਸਕੀਏ। ਔਰ ਇੱਕ ਵਾਰ ਫੇਰ ਦਿਲੋਂ ਸਾਰਾ ਦਾ ਧੰਨਵਾਦ ਜੀ। ਜੈ ਗੁਰਦੇਵ, ਧੰਨ ਗੁਰਦੇਵ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ, ਚਲੋ ਬਾਬਾ ਜੀ ਫਤਿਹ ਸਾਂਝੀ ਕਰ ਲਓ। ਫਤਿਹ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੋੜੇ ਬਾਬਾ ਨਿਰਮਲ ਦਾਸ ਜੀ ਜਿਹੜੇ ਕੋਵਿਡ-19 ਵਿੱਚ ਉਪਰਾਲੇ ਕੀਤੇ ਗਏ, ਤਹਿ ਦਿਲੋਂ ਸ਼ੁਕਰਵਾਦ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਇਹ ਸਾਰੀਆਂ ਸੰਸਥਾਵਾਂ ਮਹਾਂਪੁਰਖ ਮਿਲ ਕੇ ਇਹ ਕਾਰਜ ਕਰਦੇ ਪਏ ਨੇ ਕਿਉਂਕਿ ਘੜੀ ਬੜੀ ਔਖੀ ਹੈ, ਇਹਦੇ ਵਿੱਚੋਂ ਲੰਘ ਕੇ ਅਸੀਂ ਅਗਲੇ ਆਪਣੇ ਖੁਸ਼ਹਾਲੀ ਜ਼ਿੰਦਗੀ ਵੱਲ ਵਧਣਾ। ਸੋ ਸਾਰੀਆਂ ਉਹਨਾਂ ਸੰਗਤਾਂ ਦਾ ਧੰਨਵਾਦ ਆ ਜਿਹੜੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਸੇਵਾ ਕਰ ਰਹੀਆਂ ਨੇ, ਸੇਵਾ ਖੱਟ ਰਹੀਆਂ ਨੇ। ਸੋ ਇੱਕ ਹੋਰ ਗੱਲ ਜਿਹੜੀ ਬੜੀ ਬਹੁਤ ਜਿਹੜੀ ਇੱਕ ਗੱਲ ਚੰਗਾ ਲੱਗਦਾ, ਅੱਛਾ ਮਹਿਸੂਸ ਹੁੰਦਾ, ਇੱਕ ਉਹਦੀ ਆਪਣੀ ਤਾਕਤ ਸਾਨੂੰ ਮਿਲਦੀ ਹੈ ਕਿ ਜਦੋਂ ਵੀ ਅਸੀਂ ਇਸ ਸਥਾਨ ਦੇ ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਹਸਪੀਟਲ ਆਉਂਦੇ ਹਾਂ ਤੇ ਸਾਰੇ ਕਾਰਜ ਜਿਹੜੇ ਨੇ ਅਰਦਾਸ ਕਰਕੇ ਸ਼ੁਰੂ ਕੀਤੇ ਜਾਂਦੇ ਨੇ। ਸੋ ਅੱਜ ਵੀ ਅਰਦਾਸ ਕਰਕੇ ਬਾਬਾ ਜੀ ਵੱਲੋਂ ਇਹ ਕਾਰਜ ਦੀ ਆਰੰਭਤਾ ਜਿਹੜੀ ਹੋਣੀ ਹੈ। ਸੋ ਹਾਂਜੀ, ਭਾਈ ਸਾਹਿਬ ਹੋਰੀ 2 ਲਫ਼ਜ਼ ਸਾਡੇ ਨਾਲ ਸਾਂਝੇ ਕਰਨੀ ਜੀ। ਭਾਈ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਖੇ ਕਾ ਪਰਖ ਖੰਡੋ ਰੋਗ, ਦੁਖੇ ਕਾ ਮਿਟਾਵੋ ਪ੍ਰਭ ਸੋਗ। ਇਹ ਜੋ ਸਾਡੇ ਸੰਤ ਬਾਬਾ ਸਰਪ੍ਰਸਤ ਸ਼੍ਰੀਮਾਨ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੋੜਿਆਂ ਦੇ ਵੱਲੋਂ ਸਰਪ੍ਰਸਤ ਬਾਬਾ ਪ੍ਰਧਾਨ ਸਾਧੂ ਸੰਪਰਦਾ ਪੰਜਾਬ ਸੰਤ ਬਾਬਾ ਨਿਰਮਲ ਦਾਸ ਜੀ ਵੱਲੋਂ ਬਹੁਤ ਵੱਡਾ ਜੋ ਜਹਾਦ ਹੈ ਕੋਵਿਡ-19 ਦੇ ਖਿਲਾਫ ਜੋ ਵਿੱਢਿਆ ਗਿਆ ਹੈ, ਕਿਉਂਕਿ ਇਸ ਦੇ ਨਾਲ ਬਹੁਤ ਬੇਸ਼ਕੀਮਤੀ ਜੋ ਜਾਨਾਂ ਹਨ ਉਹ ਜਾ ਰਹੀਆਂ ਹਨ। ਬਾਬਾ ਜੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ, ਇਸ ਨੂੰ ਬਹੁਤ ਵੱਡੀ ਫਾਈਟ ਦਿੱਤੀ ਹੈ। ਇਸ ਰੂਰਲ ਏਰੀਆ ਦੇ ਵਿੱਚ ਬਹੁਤ ਸੋਫਿਸਟੀਕੇਟਡ ਜਿਹੜਾ ਹਸਪੀਟਲ ਹੈ, ਇਸ ਦੀ ਸਹੂਲਤ ਜਿਹੜੀ ਹੈ ਇਸ ਇਲਾਕੇ ਦੀਆਂ ਸੰਗਤਾਂ ਨੂੰ ਦਿੱਤੀ ਹੈ। ਇਸ ਹਸਪਤਾਲ ਤੋਂ ਜੋ ਕਿ ਕੋਵਿਡ ਦੇ ਖਿਲਾਫ ਆਕਸੀਜਨ ਦੀ ਘਾਟ ਕਰਕੇ ਜੋ ਲੋਕਾਂ ਦੀਆਂ ਬੇਸ਼ਕੀਮਤੀ ਜਾਨਾਂ ਜਾ ਰਹੀਆਂ ਹਨ, ਉਹਨਾਂ ਨੂੰ ਰਾਹਤ ਦੇਣ ਵਾਸਤੇ ਜਿਹੜੇ ਲੋਕ ਪੈਸੇ ਤੋਂ ਬਗੈਰ ਉਹਨਾਂ ਦੀਆਂ ਜਾਨਾਂ ਜਾ ਰਹੀਆਂ ਹਨ, ਉਹ ਆਪਣਾ ਇਲਾਜ ਨਹੀਂ ਕਰਾ ਸਕਦੇ, ਬਾਬਾ ਜੀ ਬਿਲਕੁਲ ਨਿਸ਼ਕਾਮ ਸੇਵਾ ਜਿਹੜੀਆਂ ਉਹ ਯੂਕੇ ਦੀਆਂ, ਜਿਸ ਤੋਂ ਕੋਈ ਵੀ ਪੈਸਾ ਜਿਹੜਾ ਆ ਉਹ ਨਹੀਂ ਲਿਆ ਜਾਵੇਗਾ। ਅਤੇ ਬਾਹਰ ਦੀਆਂ ਜੋ ਜਿਤਨੀਆਂ ਵੀ ਸੰਸਥਾਵਾਂ ਹਨ ਜੋ ਕਿ
ਬਾਬਾ ਜੀ ਦੀ ਮਦਦ ਕਰ ਰਹੀਆਂ ਹਨ। ਯੂਕੇ ਦੀਆਂ ਹਨ, ਹੋਰ ਵੀ ਵਿਦੇਸ਼ਾਂ ਦੀਆਂ ਸੰਗਤਾਂ ਹਨ, ਉਹ ਸੇਵਾ ਕਰ ਰਹੀਆਂ ਹਨ। ਹੋਰ ਬਹੁਤ ਸਾਰੀਆਂ ਸੰਸਥਾਵਾਂ ਵੀ ਬਾਬਾ ਜੀ ਦੇ ਨਾਲ ਇਸ ਜੋ ਬਹੁਤ ਵਧੀਆ ਕਾਰਜ ਹਨ ਉਸ ਦੇ ਵਿੱਚ ਮਦਦਗਾਰ ਸਿੱਧ ਹੋ ਰਹੀਆਂ ਹਨ। ਇਸ ਨੂੰ ਸਾਰੇ ਇਲਾਕੇ ਨੂੰ ਇਹਦੀ ਬਹੁਤ ਵੱਡੀ ਰਾਹਤ ਮਿਲੇਗੀ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਮੀਡੀਆ ਦਾ ਬਹੁਤ ਬਹੁਤ ਧੰਨਵਾਦ। ਪਰਮ ਸਤਿਕਾਰਯੋਗ ਗੁਰੂ ਰੂਪ ਪਿਆਰੇ ਸਾਧ ਸੰਗਤ ਜੀਓ, ਸੰਤ ਬਾਬਾ ਨਿਰਮਲ ਦਾਸ ਜੀ ਵੱਲੋਂ ਬਹੁਤ ਹੀ ਸੁੰਦਰ ਜੋ ਆਪਣੇ ਗੁਰੂਆਂ ਦੀ ਯਾਦ ਅੰਦਰ ਸੰਤ ਬਾਬਾ ਪ੍ਰੀਤਮ ਦਾਸ ਜੀ ਚੈਰੀਟੇਬਲ ਹਸਪੀਟਲ ਬਣਾਇਆ ਗਿਆ। ਅੱਜ ਜਿਸ ਤਰ੍ਹਾਂ ਆਪ ਜੀ ਸਭ ਨੂੰ ਪਤਾ ਹੀ ਹੈ ਕਿ ਪੂਰੇ ਸੰਸਾਰ ਭਰ ਵਿੱਚ ਕਰੋਨਾ ਬਿਮਾਰੀ ਜੋ ਭਿਆਨਕ ਰੂਪ ਲੈ ਕੇ ਵਿਚਰ ਰਹੀ ਹੈ, ਸੋ ਸਾਡੇ ਭਾਰਤ ਅੰਦਰ ਵੀ ਬੜਾ ਇਹੋ ਜੋ ਰੂਪ ਹੈ ਅੱਜ ਬੜਾ ਇਹ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ। ਔਰ ਅੱਜ ਜੋ ਆਕਸੀਜਨ ਦੀ ਲੋੜ ਹੈ ਬਹੁਤ ਹੀ ਮਰੀਜ਼ਾਂ ਨੂੰ, ਜਿਹੜੀਆਂ ਕਿ ਕਈ ਕੀਮਤੀ ਜਾਨਾਂ ਜਾ ਰਹੀਆਂ ਨੇ, ਤੇ ਸੰਤ ਬਾਬਾ ਨਿਰਮਲ ਦਾਸ ਜੀ ਵੱਲੋਂ ਬਹੁਤ ਹੀ ਸੁੰਦਰ ਉਪਰਾਲਾ ਕਰਦੇ ਹੋਏ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਨਾਲ ਰਲ ਕੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਸਾਊਥ ਹਾਲ ਲੰਡਨ, ਸ਼੍ਰੀ ਗੁਰੂ ਰਵਿਦਾਸ ਸਭਾ ਯੂਕੇ ਅਤੇ ਸੰਗਤ ਟੀਵੀ ਅਤੇ ਹੋਰ ਨਿਸ਼ਕਾਮ ਸੇਵਕ ਸੰਤ ਬਾਬਾ ਮਹਿੰਦਰ ਸਿੰਘ ਜੀ ਔਰ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਸਹਿਯੋਗ ਕਰਦੇ ਹੋਏ ਇਹ ਜੋ ਕਾਰਜ ਅੱਜ ਤੋਂ ਆਰੰਭ ਕੀਤਾ ਜਾ ਰਿਹਾ ਹੈ ਕਿ ਜੋ ਜਿਸ ਨੂੰ ਵੀ ਪੇਸ਼ੈਂਟ ਨੂੰ, ਮਰੀਜ਼ ਨੂੰ ਆਕਸੀਜਨ ਦੀ ਲੋੜ ਹੋਵੇਗੀ ਤੇ ਉਸ ਨੂੰ ਇਹ ਜੋ ਫ੍ਰੀ ਆਫ ਕਾਸਟ ਜੋ ਹੈ ਇਹ ਉਹ ਪ੍ਰੋਵਾਈਡ ਕੀਤੀ ਜਾਵੇਗੀ। तो जिस भी किसी भी पेशेंट ਨੂੰ इस तरह की कोई भी लोड़ महसूस करता है ऑक्सीजन की, तो संत बाबा प्रीतम दास जी चैरिटेबल हॉस्पिटल आके ਉਹ ਇਹ ਸਹਾਇਤਾ ਲੈ ਸਕਦਾ ਹੈ। ਤੇ ਆਪਾਂ ਸਾਰੇ ਰਲ ਕੇ ਅਰਦਾਸ ਵੀ ਕਰੀਏ, ਸੱਚੇ ਪਾਤਸ਼ਾਹ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੇ ਤਿਤਿ ਹੀ ਲਿਹੋ ਉਭਾਰ ਦੇ ਮਹਾਵਾਕਲ। ਸਤਿਗੁਰੂ ਧੰਨ ਗੁਰੂ ਰਵਿਦਾਸ ਮਹਾਰਾਜ, ਧੰਨ ਗੁਰੂ ਨਾਨਕ ਦੇਵ ਮਹਾਰਾਜ ਚਰਨਾਂ 'ਚ ਅਰਦਾਸ ਕਰੀਏ ਸੱਚੇ ਪਾਤਸ਼ਾਹ ਇਸ ਬਿਮਾਰੀ ਤੋਂ ਸਾਨੂੰ ਭਿਆਨਕ ਬਿਮਾਰੀ ਜੋ ਹੈ ਇਸ ਤੋਂ ਰਾਹਤ ਦੇਈਏ। ਤੇ ਸੰਗਤਾਂ ਸਭ ਅਰਦਾਸ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਏਕ ਓੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ। ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਦਨ ਹਰ ਗੋਬਿੰਦਨਾ ਸਿਮਰਾਂ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜੈਸਾ ਡਠਾ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੈ ਧਾਏ। ਸਾਬ ਤਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਬ ਤਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚਾਹਾਂ ਸਾਹਿਬਜ਼ਾਦਿਆਂ 40 ਮੁਕਤਿਆਂ 8 ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ। ਵੰਡ ਛਕਿਆ ਦੇਗ ਚਲਾਈ ਤੇਗ ਵਾਹੀ। ਦੇਖ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਮਹਾਂਪੁਰਖਾਂ ਦੀ ਕਮਾਈ ਦਾ ਧਿਆਨ ਧਰ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲਹਾਈਆਂ, ਚਰਖੜੀਆਂ ਦੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰ ਕੇ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ। ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾ ਰਸਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਆ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਮਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੰਗੇ ਜੁਗੋ ਜੁਗਾ ਟਲ। ਧਰਮ ਕਾ ਜੈਕਾਰ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੇ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ। ਆਪ ਕਾਲਪੁਰਖ ਵਾਹਿਗੁਰੂ ਜੀ ਹੀ ਕਾਲਪੁਰਖ ਆਪਣੇ ਪੰਥ ਦੇ ਸਦਾ ਸਹਾਈ। ਦਤਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਤਾਣਿਆਂ ਦੇ ਤਾਣ, ਨਿਉਟਿਆਂ ਦੀ ਓੜ। ਧੰਨ ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ। ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ।
ਧੰਨ ਧੰਨ ਚਵਰ ਛਤਰ ਤਖਤ ਦੇ ਮਾਲਕ ਹਾਜ਼ਰ ਹਜ਼ੂਰ ਸਰਵ ਕਲਾ ਭਰਪੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪ ਜੀ ਦੇ ਚਰਨ ਕਮਲਾਂ ਦੇ ਵਿੱਚ ਮਹਾਰਾਜ ਆਪ ਜੀ ਦੇ ਦਰੋ ਕਰ ਵਰਸਾਏ ਹੋਏ ਸੰਤ ਬਾਬਾ ਨਿਰਮਲ ਦਾਸ ਜੀ ਸਮੂਹ ਸੰਗਤ ਵੱਲੋਂ ਅਰਦਾਸ ਬੇਨਤੀ ਜੋਦੜੀ ਗੁਰੂ ਪਾਤਸ਼ਾਹ ਜੀ ਸਰਬੱਤ ਦੇ ਭਲੇ ਵਾਸਤੇ ਮਹਾਰਾਜ ਗੁਰੂ ਪਾਤਸ਼ਾਹ ਜੀ ਇਸ ਵਕਤ ਕਰੋਨਾ ਵਾਇਰਸ ਚੱਲ ਰਿਹਾ ਮਹਾਰਾਜ ਆਕਸੀਜਨ ਦੀ ਪਲਾਂਟ ਦੇ ਗੁਰੂ ਪਾਤਸ਼ਾਹ ਜੀ ਮਹੂਰਤ ਵਾਸਤੇ ਮਹਾਰਾਜ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਆ ਗੁਰੂ ਪਾਤਸ਼ਾਹ ਜੀ ਆਪ ਜੀ ਦੀ ਹਜ਼ੂਰੀ ਅੰਦਰ ਅੰਮ੍ਰਿਤਮਈ ਕੜਾਹ ਪ੍ਰਸ਼ਾਦੀ ਦੇਗ ਹਾਜ਼ਰਾ ਦਰ ਪ੍ਰਵਾਨ ਕਰੋ। ਪ੍ਰਵਾਨ ਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਮਹਾਰਾਜ ਕਿਰਪਾ ਕਰਨੀ ਜਗਤ ਜਲੰਦਾ ਰਾਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰਾ ਉਬਰਾ ਤਤਾ ਲਹੋ ਬਾਰ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਧ ਸੰਭਾਲੇ ਹਾਥ ਦੇ ਰਾਖੈ ਆਪਣੇ ਕੋ ਸਾਸ ਪ੍ਰਤਪਾਲੇ ਗੁਰੂ ਪਾਤਸ਼ਾਹ ਜੀ ਅੰਗ ਸੰਗ ਹੋ ਕਰਕੇ ਹਰ ਇੱਕ ਜੀਵ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦੇ ਰੋਗਤਾ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਣੀ ਆਉਣ ਵਾਲਾ ਸੰਗਤਾਂ ਦਾ ਸਮਾਂ ਸੁਖ ਸ਼ਾਂਤੀ ਚੜ੍ਹਦੀ ਕਲਾ ਦੇ ਨਾਲ ਬਤੀਤ ਕਰਾਉਣਾ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ ਮਹਾਰਾਜ ਸਹੀ ਪਿਆਰੇ ਮੇਲ ਜਿਨ੍ਹਾਂ ਨੂੰ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਜੋ ਬੋਲੇ ਸੋ ਨਿਰਭੈ ਸ੍ਰੀ ਗੁਰੂ ਗ੍ਰੰਥ ਮਹਾਰਾਜ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜ ਹੋਰ ਜਿਹੜੀਆਂ ਆਉਂਦੇ ਦਿਨਾਂ ਦੇ ਵਿੱਚ ਛੋਟੀ ਗੱਡੀ ਦੇ ਵਿੱਚ ਮਾਸਕ ਨੇ ਪੀਪੀ ਕਿਟਸ ਨੇ ਮਸ਼ੀਨਾਂ ਨੇ ਆਕਸੀਜਨ ਫਲੋ ਮੀਟਰ ਜਿਹੜੇ ਨੇ ਇਹਨਾਂ ਦੀ ਬੜੀ ਜ਼ਰੂਰਤ ਪੈ ਰਹੀ ਹੈ। ਇਹ ਵੀ ਨਹੀਂ ਮਿਲ ਰਹੇ ਸੀ ਬੜੀ ਮੁਸ਼ਕਲ ਦੇ ਨਾਲ ਇਹ ਸਾਰਾ ਇੰਤਜ਼ਾਮ ਕੀਤਾ ਗਿਆ ਕਿਉਂਕਿ ਜਦੋਂ ਆਪਾਂ ਇਹਦੇ ਨਾਲ ਸਾਰੀ ਫਿਟਿੰਗ ਹੋ ਕੇ ਇਹ ਜਿਹੜੀ ਬੜੀ ਜ਼ਰੂਰਤ ਹੈ ਇਹਦੀ ਆਕਸੀਜਨ ਫਲੋ ਮੀਟਰ ਜਿਹੜੇ ਨੇ ਆਪਾਂ ਨੂੰ ਕਿਉਂਕਿ ਆਕਸੀਜਨ ਮਾਸਕ ਨੈਬੂਲਾਈਜ਼ਰ ਇੱਥੇ ਹੈ ਕਿ ਆ ਦੇਖੋ ਨੈਬੂਲਾਈਜ਼ਰ ਚੋਪੜਾ ਮਾਰ ਕੇ ਬੈਠੋ ਕੋਈ ਨਹੀਂ ਇੱਕ ਮਿੰਟ ਆਉਣੀ ਹੈ ਇਹ ਆਉਣੀ ਹੈ बहुत बहुत धन्यवाद। पिता लोरिए काम 100 रुपये किए काले दो सवार सरदोष का साकिए संता संग हाथ में रखिए पंजम में दास की रखिए नानक हर गुण गाय रख रखिए रोगी का बरफ खंडो रोग दुखिए का मटावो तरफ सो मालिक की कृपा के नाल संत बाबा प्रीतम दास मैमोरीअल चैरिटेबल हॉस्पिटल विखे अज ऑक्सीजन का जो प्रोजैक्ट बहुत देर तो रुकिया होया सी अज दुबारा फिर सेवा में हाजिर होया ਤੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਢਿੱਲੋਂ ਸਾਹਿਬ ਜੋ ਇੰਗਲੈਂਡ ਤੋਂ ਆਈ ਮਸ਼ੀਨ ਆਕਸੀਜਨ ਉਹਦਾ ਆਨੰਦ ਮਾਰ ਰਹੇ ਆ। ਤੇ ਬੀਬੀ ਜੀ ਇੱਥੇ ਜੋ ਹਸਪੀਟਲ ਦੇ ਵਿੱਚ ਆਕਸੀਜਨ ਦਾ ਜੋ ਪਲਾਂਟ ਲੱਗਾ ਹੋਇਆ ਉਹ ਤੋਂ ਸਿੱਧਾ ਇਹਨਾਂ ਦੇ ਕੋਲ ਆਕਸੀਜਨ ਪਹੁੰਚ ਰਹੀ ਆ। ਤੋਂ ਮਾਲਕ ਦੀ ਕਿਰਪਾ ਦੇ ਨਾਲ ਇਸੇ ਤਰ੍ਹਾਂ ਜਿਨ੍ਹਾਂ ਨੂੰ ਜ਼ਰੂਰਤ ਹੈ ਆਕਸੀਜਨ ਦੇ ਜਿੱਥੋਂ ਕਿ ਡਾਕਟਰ ਸਾਹਿਬ ਕਹਿੰਦੇ ਘਰ ਜਾ ਕੇ ਤੁਸੀਂ ਸਾਰਾ ਕੁਝ ਕਰ ਸਕਦੇ ਆ तो उन्होंने उदास होने की लोड़ नहीं वो सीधे ही इतने बाबा जी के स्थान पर आउन बाबा जी के हॉस्पिटल आउन इस तरह उन्होंने ऑक्सीजन का जो सेवा है वो दी जाएगी। तो सारिया संगतां नूं इस कार्य की बहुत बहुत मुबारक। गुरु पातशाह कृपा करे तुहाडे सामने आ कि दूजी छन्नी ना ही बात ये कोई लुकी छुपी गल नहीं है। ये सारिਆਂ ਨੂੰ ऑक्सीजन इस तरह ही प्राप्त होएगी इस तरह ही उन्होंने सारी सहूलत प्राप्त होएगी। ये संत बाबा प्रीतम दास महाराज जी के आशीर्वाद के नाल अज संत बाबा प्रीतम दास मैमोरीअल चैरिटेबल हॉस्पिटल विखे जो ऑक्सीजन का प्लांट सी वो शुरू कर दिता गया। तो सारिया संगतां आपको अपना नाम लिखा के जिन्होंने जरूरत है वो आके लाभ लै सकदियां। तो सारिਆਂ ਦਾ ਧੰਨਵਾਦ मीडिया का धन्यवाद संगतां का धन्यवाद जो विदेशों में बैठिया हुई संगतां अपनी माया सफल कर रही है उन्होंने उदास होने की लोड़ नहीं। आप जी को सारा पता है कि जिस तरह तुसीं अखां दे कैंप दे विच सेवा निभाउंदे आ संगत टीवी द्वारा संगत एड द्वारा ਅਤੇ ਹੋਰ ਵੀਡੀਓ ਦੁਆਰਾ ਉਹ ਅੱਜ ਤੁਸੀਂ ਪ੍ਰਤੱਖ ਰੂਪ ਵਿੱਚ ਦੇਖ ਰਹੇ ਆ ਕਿ ਤੁਹਾਨੂੰ ਤੁਹਾਡੀ ਜੋ ਮਾਇਆ ਦਿੱਤੀ ਹੋਈ ਹਜ਼ਾਰਾਂ ਕਿੰਨੇ ਕਿਲੋਮੀਟਰ ਤੋਂ ਆ ਕੇ
ਆਪਣੇ ਇੱਥੇ ਸੇਵਾ ਹੋ ਰਹੀ ਆ। ਔਰ ਪਤਾ ਨਹੀਂ ਕਿਹਦੇ ਵੈਸੇ ਹੀ ਬਿਨਾਂ ਇਲਾਜ ਤੋਂ ਜਾ ਰਹੇ ਸੀਗੇ। ਅਸੀਂ ਦੇਖਿਆ ਕਿ ਕੋਈ ਦੂਸਰਾ ਮਰੀਜ਼ ਵਧੀਆ ਆ ਗਿਆ, ਵਧੀਆ ਪੈਸੇ ਵਾਲਾ ਆ ਗਿਆ, ਤਾਂ ਉਹਦੀ ਉਤਾਰ ਕੇ ਦੂਸਰੇ ਲਾ ਦਿੱਤੀ ਗਈ ਆ। ਤੇ ਅੱਜ ਇੱਥੇ ਨਹੀਂ ਹੋਏਗਾ ਕੰਮ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ। ਇੱਥੋਂ ਬਾਅਦ ਸਾਡੇ ਬੈੱਡਰੂਮ ਦੇ ਵਿੱਚ ਮਸ਼ੀਨਾਂ ਲੱਗੀਆਂ ਹੋਈਆਂ, ਉਹਨਾਂ ਨੂੰ ਉੱਥੇ ਵੀ ਸਹੂਲਤ ਮਿਲੇਗੀ। ਜਦੋਂ ਆਪਣਾ ਮਰੀਜ਼ ਕਹੇਗਾ ਕਿ ਮੈਂ ਹੁਣ ਠੀਕ ਆ, ਫਿਰ ਉਹ ਘਰ ਜਾਏਗਾ। ਤੇ ਇਹ ਆਪ ਜੀ ਦਾ ਘਰ ਹੈ, ਇਹ ਆਪ ਜੀ ਦਾ ਹਸਪੀਟਲ ਹੈ, ਆਪ ਜੀ ਦਾ ਸਟਾਫ ਹੈ, ਤੇ ਆਪ ਜੀ ਦੀ ਹੀ ਕਿਰਤ ਕਮਾਈ ਦੇ ਨਾਲ ਇਹ ਸਾਰੇ ਕਾਰਜ ਹੋ ਰਹੇ ਆ। ਸੇਵਾ ਨੂੰ ਅਸੀਂ ਬਹੁਤ ਤਨਦੇਹੀ ਦੇ ਨਾਲ ਨਿਭਾਵਾਂਗੇ। ਤੋ ਅਸੀਂ ਪ੍ਰੋਮਿਸ ਕਰਦੇ ਹਾਂ ਜੀ ਆਪਣੇ ਰਣਜੀਤ ਸਿੰਘ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਵੱਲ ਦੇਖਿਆ। ਔਰ ਯੂਕੇ ਸਭਾ ਦਿਲਾਵਰ ਸਿੰਘ ਜੀ ਜੋ ਉਹਨਾਂ ਦੇ ਪ੍ਰਧਾਨ ਹੈ ਯੂਕੇ ਸਭਾ ਦੇ, ਔਰ ਯੋਗਰਾਜ ਜੀ, ਸਾਰੀ ਟੀਮ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਔਰ ਸਾਡੀਆਂ ਮਸ਼ੀਨਾਂ ਵੀ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਉਹ ਸੇਵਾ ਨਿਭਾ ਰਹੀਆਂ, ਇਸੇ ਤਰ੍ਹਾਂ ਸਾਰੀਆਂ ਮਸ਼ੀਨਾਂ ਔਰ ਸਾਰਿਆਂ ਜੋ ਤੁਹਾਡੀ ਦਿੱਤੀ ਹੋਈ ਮਾਇਆ ਦੁਆਰਾ ਪਦਾਰਥ ਦਿੱਤੇ ਗਏ ਆ ਹਸਪੀਟਲ ਨੂੰ, ਉਹਦੇ ਲਈ ਅਸੀਂ ਪੂਰੀ ਤਰ੍ਹਾਂ ਯਤਨਸ਼ੀਲ ਹਾਂ। ਅਸੀਂ ਸਾਰਿਆਂ ਨੂੰ ਇਹ ਸੇਵਾ ਤੱਕ ਜਿਨ੍ਹਾਂ ਨੂੰ ਜ਼ਰੂਰਤ ਆ ਪਹੁੰਚਾਵਾਂਗੇ। ਤੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰਣਜੀਤ ਸਿੰਘ। ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣੂ ਹੋ, ਅੱਜ ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹਸਪੀਟਲ ਦੇ ਵਿੱਚ ਸੰਤ ਬਾਬਾ ਨਿਰਮਲ ਦਾਸ ਜੀ ਮਹਾਰਾਜ ਚੇਅਰਮੈਨ ਸੰਤ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹਸਪੀਟਲ, ਉਹਨਾਂ ਵੱਲੋਂ ਜੋ ਆਕਸੀਜਨ ਦੀਆਂ ਸੇਵਾਵਾਂ, ਕਿ ਕੋਵਿਡ-19 ਕਰਕੇ ਆਕਸੀਜਨ ਦੀ ਬਹੁਤ ਹੀ ਜ਼ਿਆਦਾ ਪੇਸ਼ੈਂਟ ਨੂੰ ਡੈਫੀਸ਼ੀਐਂਸੀ ਹੋ ਰਹੀ ਹੈ, ਘਾਟ ਹੋ ਰਹੀ ਹੈ, ਜਿਹਦੇ ਮੱਦੇਨਜ਼ਰ ਬਾਬਾ ਜੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ। ਸੰਗਤ ਟੀਵੀ ਔਰ ਸੰਗਤ ਟੀਵੀ ਯੂਕੇ ਵੱਲੋਂ ਉਹਨਾਂ ਨੂੰ ਭਾਈ ਰਣਧੀਰ ਸਿੰਘ ਜੀ ਸਾਡੇ ਕੋਲ 5 ਮਸ਼ੀਨਾਂ ਜੋ ਆਕਸੀਜਨ ਕੌਨਸਨਟ੍ਰੇਟਰ ਲੈ ਕੇ ਪਹੁੰਚੇ ਹਨ ਔਰ ਪੀਪੀ ਕਿੱਟਾਂ ਲੈ ਕੇ ਪਹੁੰਚੇ ਹਨ। ਉਹਨਾਂ ਦਾ ਇੱਥੇ ਆਉਣ 'ਤੇ ਬਹੁਤ ਧੰਨਵਾਦ। ਸੰਗਤ ਏਡ ਦਾ ਬਹੁਤ ਧੰਨਵਾਦ, ਸੰਗਤ ਟੀਵੀ ਦਾ ਬਹੁਤ ਧੰਨਵਾਦ, ਗੁਰਪ੍ਰੀਤ ਜੀ ਦਾ ਧੰਨਵਾਦ, ਸਾਰੇ ਮੀਡੀਆ ਦਾ ਧੰਨਵਾਦ, ਜਿੰਨੀਆਂ ਵੀ ਸੰਗਤਾਂ ਆਈਆਂ ਹਨ, ਸਤਿਕਾਰਯੋਗ ਸੁਸਾਇਟੀਜ਼ ਸਭਾਵਾਂ ਦੇ ਮੈਂਬਰਾਂ ਆਏ ਹਨ, ਸਾਰਿਆਂ ਦਾ ਧੰਨਵਾਦ। ਔਰ ਸਭ ਤੋਂ ਜ਼ਿਆਦਾ ਧੰਨਵਾਦ ਡਾਕਟਰਸ ਦੀ ਟੀਮ ਦਾ ਕਿ ਜਿਨ੍ਹਾਂ ਨੇ ਬਾਬਾ ਜੀ ਦੇ ਇੱਕ ਮੈਸੇਜ 'ਤੇ ਇੱਕ ਵਾਰ ਵੀ ਮਨਾ ਨਹੀਂ ਕੀਤਾ ਕਿ ਬਾਬਾ ਜੀ, ਕਈ ਸਾਰੀਆਂ 5-7 ਡਾਕਟਰਸ ਨਾਲ ਮੀਟਿੰਗਸ ਹੋਈਆਂ, ਸਾਨੂੰ 5-7 ਡਾਕਟਰ ਜਵਾਬ ਦੇ ਗਏ। ਬਾਬਾ ਜੀ ਨੂੰ ਕਹਿੰਦੇ ਕਿ ਬਾਬਾ ਜੀ ਸਾਨੂੰ ਡਰ ਲੱਗਦਾ, ਸਾਡੇ ਜਿਹੜੇ ਪਰਿਵਾਰ ਅਲਾਓ ਨਹੀਂ ਕਰਦੇ ਕਿ ਕਰੋਨਾ ਬਹੁਤ ਚੱਲ ਰਿਹਾ ਤੇ ਸਾਡੇ ਪਰਿਵਾਰ ਕਹਿੰਦੇ ਅਸੀਂ ਰਿਸਕ ਨਹੀਂ ਲੈਣਾ, ਸਾਨੂੰ ਪੈਸੇ ਦੀ ਜ਼ਰੂਰਤ ਨਹੀਂ ਹੈ। तो बाबा जी बड़ा परेशान होए, तो फिर कहते कि जो परमात्मा नूं तुसीं साक्षात मन के नाल चलदे हो तो तुहाडे हर वेले हैल्प लई खड़ा हुंदा। तो डॉक्टर साडे कोल टीम आप चल के संत बाबा जगीर सिंह जी उन्होंने महाराज नाम डॉक्टर दलवीर जी, डॉक्टर दर्शन जी कहते बाबा जी सानू कोई परवाह नहीं, असीं 24 घंटे तुहाडे नाल आ। तो 4 डॉक्टर इस टाइम डॉक्टर मनदीप सिंह जी MD मेडिसन और डॉक्टर दलवीर जी, डॉक्टर दर्शन जी साडे नाल ने और डॉक्टर मनजीत जी नाल ने और पूरा स्टाफ नाल आ, GNM ANM नर्सिस नाल ने और हैल्पिंग स्टाफ भी नाल आ। और कहते सानू कोई परवाह नहीं, जिथे तुसीं खड़े आ सानू किसी चीज़ का डर नहीं है, क्योंकि जो कहते दुआ दे नाल दुआ काम करदी है ना, जिहड़ी दुआ हुंदी है वो फिर दवाइयां तो उपर चल जाती है। तो जो असीं तुहाडे कोल आशीर्वाद लैण आने आ ते असीं इस जिहड़ी बहुत औखी घड़ी आ तुहाडे नाल आ। तो सारिਆਂ ਦਾ बहुत मीडिया का धन्यवाद। तो सब तो ज़्यादा धन्यवाद मैं बाबा जी का, क्योंकि बाबा जी बड़े परवाह नहीं करते, कहते कोई गल नहीं, कहते मौत एक दिन आनी आ, वो तो कहते अंदर बैठे भी आए हैं, जो मौत नहीं कहते सब दरवाजे भन के मौत अंदरों भी खिंच के लै जाती है। तो जे असीं पब्लिक की समाज की सेवा करते करते सानू ये बहुत बड़ा माण मिल जाता, इस तो वड्डी कोई चीज़ नहीं है। तो ये जिहड़ियां चीज़ां है सोच आ, ये गुरुआं महापुरखां के आशीर्वाद नाल आती है। तो संत प्रीतम दास जी महाराज जिहड़े खुद मतलब कि साक्षात भगवान का रूप सन, उन्होंने असीं कल वीडियो दे रहे सी तो देख के बड़ा लग रहा है कि उन्होंने महापुरखों ने अपना जीवन समर्पित समाज लिए किया, इसी तरह बाबा जी ने किया। तो असीं बाबा जी के नाल उहदे नाल खुशियां मान रहे हैं। तो सारिਆਂ ਦਾ बहुत बहुत धन्यवाद। सारे आओ रल के आपां जिन्हां नूं भी ऑक्सीजन की कमी है ਇਹਦਾ ਆਪਾਂ फायदा ਲਈਏ। कॉन्सनट्रेटर मशीनां नाल ने, जे किसी नूं घर लोड़ आ दे सकते हैं। तो साडा हॉस्पिटल का बहुत बड़ा ऑक्सीजन प्लांट आ, उत्थे कॉन्सनट्रेटर बहुत बड़ा प्लांट लगा होया जिहड़ा ऑक्सीजन बनांदा। 25 सिलेंडर अपने कोल इस टाइम भरे हुए ने ऑक्सीजन के, तो जिन्हां नूं भी जरूरत आके पूरा फायदा उठाओ तां जो ऑक्सीजन की कमी करके किसी की जान नूं खतरा ना हो। जय गुरुदेव, धन गुरुदेव, वाहिगुरू जी का खालसा, वाहिगुरू जी की फतेह।